ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਕਿਰਪਾਲੂ ਦਿਆਲੂ ਸ਼ਹਿਨਸ਼ਾਹ, ਚਵਰ ਛਤਰ ਤਖਤ ਦੇ ਮਾਲਕ, ਸਰਬ ਕਲਾ ਸਮਰੱਥ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਮਾਲਕ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਹਜੂਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਸ ਪਾਵਨ ਨਿਵਾਜੇ ਹੋਏ ਅਸਥਾਨ ਗੁਰਦੁਆਰਾ ਸ਼੍ਰੀ ਬਾਲ ਲੀਲਾ ਸਾਹਿਬ ਸ਼੍ਰੀ ਮੈਨੀ ਸੰਗਤ ਜੀ ਸਾਹਿਬ ਵਿਖੇ ਹਜ਼ੂਰ ਦੀ ਪਾਵਨ ਗੋਦ ਅੰਦਰ ਬੜੇ ਪਿਆਰ ਦੇ ਨਾਲ ਦੂਰ ਦੁਰਾਡੇ ਤੋਂ ਸਰੀਰਾਂ ਦੇ ਸਫ਼ਰ ਤੈਅ ਕਰਦਿਆਂ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ ਸਾਹਿਬ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਤੁੱਠ ਕੇ ਇਨ੍ਹਾਂ ਪਾਵਨ ਅਸਥਾਨਾਂ ਤੋਂ ਸਭਨਾਂ ਦੀ ਅਗਵਾਈ ਕਰਦਿਆਂ ਸਮੁੱਚੀ ਕਾਇਨਾਤ ਦੇ ਭਲੇ ਹਿੱਤ, ਸਭਨਾਂ ਕਲਯੁਗੀ ਜੀਵਾਂ ਦੇ ਉਧਾਰ ਹਿੱਤ, ਪਰਮੇਸ਼ਰ ਦੇ ਮਾਰਗ ਤੋਂ ਖੁੰਝ ਚੁੱਕੇ ਲੋਕਾਂ ਨੂੰ ਉਹਦਾ ਰਾਹ ਵਿਖਾਉਣ ਦੇ ਵਾਸਤੇ, ਇਸ ਜੀਵਨ ਦੇ ਮਨੋਰਥ ਨੂੰ ਭੁੱਲ ਚੁੱਕੇ ਜੀਵਾਂ ਨੂੰ ਜੀਵਨ ਦਾ ਲਕਸ਼ ਜਿਹੜਾ ਹੈ ਉਹ ਦ੍ਰਿੜ ਕਰਵਾਉਣ ਵਾਸਤੇ, ਜ਼ਿੰਦਗੀ ਦੇ ਅੰਦਰ ਜਿਸ ਕਾਰਜ ਦੇ ਵਾਸਤੇ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ, ਜੋ ਕਾਰਜ ਸਾਨੂੰ ਭੁੱਲ ਗਿਆ ਹੈ, ਉਸ ਕਾਰਜ ਦਾ ਚਿੰਤਨ ਕਰਵਾਉਣ ਵਾਸਤੇ ਅੰਦਰੋਂ ਤੇ ਬਾਹਰੋਂ ਇੱਕ ਤਰ੍ਹਾਂ ਦੇ ਹੋ ਕਰਕੇ ਕਰਤੇ ਪਰਮੇਸ਼ਰ ਦੇ ਮਾਰਗ 'ਤੇ ਚੱਲਣ ਵਾਸਤੇ ਪਰਮੇਸ਼ਰ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਜੋ ਅਸੀਸ ਰੂਪ ਵਿੱਚ ਪਾਵਨ ਅਸਥਾਨਾਂ ਤੋਂ ਮੁੱਖ ਵਾਕ ਬਖਸ਼ ਕੇ ਨਿਵਾਜਿਆ ਹੈ। ਸਾਹਿਬ ਪਾਤਸ਼ਾਹ ਨੇ ਜੋ ਅਸੀਸ ਬਖਸ਼ਿਸ਼ ਕੀਤੀ ਹੈ, ਸਾਹਿਬ ਦੇ ਇਸ ਪਾਵਨ ਵਚਨ ਦੀ ਸਾਂਝ ਕਰਨ ਦਾ ਯਤਨ ਕਰੀਏ। ਅਰਦਾਸ ਕਰੋ ਮਾਲਕ ਸਾਹਿਬ ਜੀ ਕਲਯੁਗੀ ਜੀਵਾਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਬਖਸ਼, ਕੁਝ ਕਹਿਣ ਸੁਣਨ ਦਾ ਬਲ ਬਖਸ਼ਿਓ। ਆਓ ਜਿਤਨੇ ਵੀ ਸਰੀਰ ਸਰਵਣ ਕਰ ਰਹੇ ਹਾਂ ਭਾਵਨਾ ਨਾਲ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੇ ਲੰਗ ਘਰ ਦੂਜਾ ਮਹੱਲਾ ਪੰਜਵਾ, ਤੁਧ ਬਿਨ ਦੂਜਾ ਨਾਹੀ ਕੋਏ। ਹਜੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 723 ਅੰਗ 'ਤੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਵਚਨ ਤੇ ਲੰਗ ਘਰ ਦੂਜਾ ਸੰਗੀਤ ਮੁਤਾਬਕ ਮਹਾਰਾਜ ਜੀ ਨੇ ਦੂਸਰੇ ਘਰ ਵਿੱਚ ਇਸ ਪਾਵਨ ਸ਼ਬਦ ਨੂੰ ਗਾਉਣ ਦਾ ਹੁਕਮ ਕਰਕੇ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਮਹਾਰਾਜ ਦੀ ਰਸਨਾ ਤੋਂ ਉਚਾਰਨ ਹੋਇਆ ਇਹ ਪਾਵਨ ਬਚਨ ਹੈ। ਇਸ ਪਾਵਨ ਸ਼ਬਦ ਦੀਆਂ ਜਦੋਂ ਰਹਾਉ ਦੀਆਂ ਤੁਕਾਂ ਦੇ ਆਧਾਰ 'ਤੇ ਅਸੀਂ ਜ਼ਿਕਰ ਕਰੀਏ ਤਾਂ ਸਾਹਿਬ ਪਾਤਸ਼ਾਹ ਕਹਿਣਗੇ ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ। ਕਿ ਸਾਰਿਆਂ ਤੋਂ ਉੱਤੇ ਇਸ ਸ੍ਰਿਸ਼ਟੀ ਦੇ ਅੰਦਰ ਸਭ ਤੋਂ ਵੱਡ ਸਮਰੱਥਾ ਵਾਲਾ ਜਿਹੜਾ ਹੈ ਉਹ ਪਾਰ ਬ੍ਰਹਮ ਦਾਤਾਰ ਪਰਮੇਸ਼ਰ ਹੈ, ਜਿਹਨੂੰ ਬਾਣੀ ਅੰਦਰ ਅਸੀਂ ਬਚਨ ਪੜ੍ਹਦੇ ਸਭ ਤੇ ਵੱਡ ਸਮਰੱਥ ਗੁਰਦੇਵ। ਕਿ ਸਾਰਿਆਂ ਤੋਂ ਵੱਡੀ ਸਮਰੱਥਾ ਵਾਲਾ। ਹਾਲਾਂਕਿ ਸੰਸਾਰ ਦੇ ਉੱਤੇ ਬੜੇ ਐਸੇ ਕੰਮ ਅਸੀਂ ਸ਼ਾਇਦ ਆਪਣੀ ਨਾਸਮਝੀ ਨਾਲ ਕਹਿ ਲੈਂਦੇ ਕਿ ਫਲਾਣਾ ਕੰਮ ਕਰਨ ਦੇ ਤੇ ਉਹ ਫਲਾਣਾ ਸੋ ਸਮਰੱਥ ਹੈ, ਦੂਜਾ ਨਹੀਂ ਕੋਈ ਕਰ ਸਕਦਾ। ਆਹ ਕੰਮ ਤੇ ਉਹੀ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਇਹਦਾ ਮਤਲਬ ਸਾਡੀ ਸੋਚ ਕਈ ਵਾਰ ਕਿਸੇ ਵੱਡੇ ਕੰਮ ਨੂੰ ਲੈ ਕੇ ਇਹ ਕਹਿ ਦਿੰਦੀ ਕਿ ਫਲਾਣਾ ਬੰਦਾ ਹੀ ਇਹਦੇ ਸਮਰੱਥ ਹੈ, ਹੋਰ ਨਹੀਂ ਕੋਈ ਹੈਗਾ। ਪਰ ਸਾਹਿਬ ਪਾਤਸ਼ਾਹ ਕਹਿੰਦੇ ਨਹੀਂ, ਇਹ ਜਿਹੜੇ ਲੋਕ ਥੋੜ੍ਹਾ ਬਹੁਤਾ ਕੁਝ ਕਰ ਪਾਉਂਦੇ ਨੇ, ਇਹ ਵੀ ਬਲ ਜਿਹੜਾ ਇਹਨਾਂ ਨੂੰ ਪਰਮੇਸ਼ਰ ਕਰਤੇ ਨੇ ਦਿੱਤਾ। ਅਸਲ ਵਿੱਚ ਸਾਰਿਆਂ ਤੋਂ ਵੱਡੀ ਸਮਰੱਥਾ ਵਾਲਾ ਉਹ ਹੈ। ਇੱਥੇ ਸਾਹਿਬ ਪਾਤਸ਼ਾਹ ਪ੍ਰਾਰੰਭਤਾ ਦੀਆਂ ਪੰਕਤੀਆਂ 'ਚ ਵੀ ਥੋੜ੍ਹਾ ਜ਼ਿਕਰ ਕਰਨਗੇ, ਤੂੰ ਕਰਤਾਰ ਕਰਹਿ ਸੋ ਹੋਏ। ਕਿ ਤੂੰ ਕਰਤਾਰ ਪਰਮੇਸ਼ਰ ਜੋ ਕਰਦਾ ਉਹ ਹੁੰਦਾ। ਜਦੋਂ ਅਸੀਂ ਸਾਹਿਬ ਪਾਤਸ਼ਾਹ ਦੇ ਇਸ ਪਾਵਨ ਮੁੱਖ ਵਾਕ ਨੂੰ ਸਮੁੱਚੇ ਆਧਾਰ ਅੰਦਰ ਦੇਖਾਂਗੇ ਨਾ, ਸਾਰੇ ਸ਼ਬਦ ਅੰਦਰ ਸਾਹਿਬ ਜੀ ਸਮਝਾਉਣਗੇ ਕਿ ਪਰਮੇਸ਼ਰ ਹੀ ਸਭ ਤੋਂ ਵੱਡੀ ਸਮਰੱਥਾ ਦਾ ਮਾਲਕ ਹੈ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਏ। ਫਿਰ ਸਾਹਿਬ ਕਹਿੰਦੇ ਖਿਨ ਮਹਿ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਏ। ਕਿ ਉਹ ਇੰਨਾ ਵੱਡਾ ਕਾਰਨ ਦੇ ਸਮਰੱਥ ਹੈ ਕਿ ਉਹ ਖਿਨ ਮਹਿ ਥਾਪ ਉਥਾਪਦਾ, ਉਹ ਛਿਨ ਦੇ ਵਿੱਚ ਇਹ ਸ੍ਰਿਸ਼ਟੀਆਂ ਜਿਹੜੀਆਂ ਨੇ ਇਹਨਾਂ ਨੂੰ ਬਣਾ ਦਿੰਦਾ ਹੈ। ਹਾਲਾਂਕਿ ਆਪਾਂ ਕੁਛ ਵੀ ਬਣਾਉਣਾ ਹੋਵੇ ਤੇ ਆਪਾਂ ਨੂੰ ਕਈ ਦਿਨ ਵੀ ਲੱਗਦੇ ਨੇ, ਕਈ ਮਹੀਨੇ ਵੀ ਲੱਗਦੇ। ਮਕਾਨ ਬਣਾਉਣਾ ਆਪਾਂ ਮਿਸਤਰੀ ਨੂੰ ਪਹਿਲਾਂ ਪੁੱਛਦੇ ਹਾਂ ਕਿੰਨੇ ਦਿਨ ਲੱਗਣਗੇ।
कोई चीज़ टुट गई होवे, ਆਪਾਂ ਉਹਨੂੰ ਬਣਵਾਉਣਾ ਹੋਵੇ ਤੇ ਜੋ ਵੀ ਚੀਜ਼ ਹੈ ਉਸ ਆਧਾਰ ਤੇ ਕਾਰੀਗਰ ਨੂੰ ਅਸੀਂ ਪੁੱਛਾਂਗੇ ਕਿੰਨਾ ਕੁ ਸਮਾਂ ਲੱਗੇਗਾ। ਜੇ ਕੋਈ ਚੀਜ਼ ਖਰਾਬ ਹੈ ਆਪਾਂ ਉਹਦੇ ਕੋਲ ਖੜੇ ਆਪਾਂ ਪੁੱਛਦੇ ਹਾਂ ਵੀ ਕਿੰਨਾ ਕੁ ਸਮਾਂ ਲੱਗੇਗਾ। ਜੇ ਤੇ ਅੱਧਾ ਪੌਣਾ ਘੰਟਾ ਲੱਗਦਾ ਮੈਂ ਕਿਤੇ ਹੋਰ ਜਾ ਆਉਣਾ। ਪਰ ਕੋਈ ਵੀ ਚੀਜ਼ ਬਣਦੀ ਹੈ ਉਹਨੂੰ ਸਮਾਂ ਲੱਗਦਾ ਹੈ। ਪਰ ਹਜ਼ੂਰ ਕਹਿੰਦੇ ਇਹ ਸ੍ਰਿਸ਼ਟੀ ਬਣਾਉਣ ਲੱਗਿਆਂ ਉਹਨੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਉਹਨੇ ਜਦੋਂ ਇਹ ਸ੍ਰਿਸ਼ਟੀ ਬਣਾਈ ਨਾ ਉਹਨੇ ਮਿੰਟ ਲਾਏ ਨਾ ਉਹਨੇ ਘੰਟੇ ਲਾਏ, ਨਾ ਇੱਥੇ ਉਹਨੇ ਦਿਨ ਨਾ ਪਹਿਰ ਨਾ ਸਾਲ ਨਾ ਯੁੱਗ ਲਾਏ। ਉਹਨੇ ਇੱਕ ਛਿਣ ਦੇ ਅੰਦਰ ਪਸਾਰਾ ਜਿਹੜਾ ਪਸਾਰ ਕੇ ਰੱਖ ਦਿੱਤਾ। ਇਹ ਕੀ ਪਸਾਰੇ ਦਾ ਕਾਰਨ ਕੀ ਸੀ? ਜਦੋਂ ਉਹਦੇ ਮਨ ਅੰਦਰ ਇਹ ਖਿਆਲਾਤ ਆਇਆ ਕਿ ਮੈਂ ਹੁਣ ਇੱਕ ਤੋਂ ਅਨੇਕ ਰੂਪ ਹੋ ਜਾਵਾਂ, ਬਸ ਉਸ ਫੁਰਨੇ ਮਾਤਰ ਦੇ ਨਾਲ ਉਹਨੇ ਇੱਕ ਤੋਂ ਅਨੇਕਾਂ ਰੂਪ ਜਿਹੜੇ ਸੀ ਉਹ ਧਾਰਨ ਕਰ ਲਏ, ਜਿਹਨੂੰ ਗੁਰ ਕਲਗੀਧਰ ਪਾਤਸ਼ਾਹ ਕਹਿੰਦੇ ਏਕ ਹੈ ਅਨੇਕ ਹੈ ਫਿਰ ਏਕ ਹੈ। ਕਿ ਉਹ ਪਰਮੇਸ਼ਰ ਇੱਕ ਤੋਂ ਅਨੇਕ ਹੋ ਜਾਂਦਾ ਹੈ ਤੇ ਅਨੇਕ ਤੋਂ ਫਿਰ ਇੱਕ ਹੋ ਜਾਂਦਾ ਹੈ। ਉਹ ਇਸ ਤਰ੍ਹਾਂ ਹੈ ਜਿਵੇਂ ਭਗਤ ਰਵਿਦਾਸ ਸਾਹਿਬ ਜੀ ਆਪਣੀ ਬਾਣੀ ਅੰਦਰ ਇੱਕ ਜ਼ਿਕਰ ਕਰਦੇ ਨੇ ਕਿ ਉਹ ਪਰਮੇਸ਼ਰ ਦੀ ਖੇਡ ਐਸੀ ਹੈ ਜਿਵੇਂ ਇਹ ਅਨੇਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ। ਕਿ ਜਿਵੇਂ ਸੋਨੇ ਦੇ ਗਹਿਣੇ ਹੋਣ ਤੇ ਆਪਾਂ ਆਮ ਹੀ ਕਹਿ ਦਿੰਦੇ ਆ ਇਹ ਕੜਾ ਹੈ, ਇਹ ਮੁੰਦਰੀ ਹੈ, ਇਹ ਚੈਨ ਹੈ, ਪਰ ਜਦੋਂ ਸਮੁੱਚੇ ਰੂਪ ਵਿੱਚ ਅਸੀਂ ਵੇਖਦੇ ਹਾਂ ਤੇ ਕੀ ਹੈ ਉਹ ਸਾਰੇ ਦਾ ਸਾਰਾ ਕੁਝ ਜਿਹੜਾ ਉਹ ਸੋਨਾ ਹੈ। ਸਮੁੱਚੇ ਅਰਥ ਅੰਦਰ ਇੱਕ ਉਹਦਾ ਰੂਪ ਹੈ ਸੋਨਾ, ਪਰ ਵੱਖ-ਵੱਖ ਉਹਦੇ ਰੂਪ ਨੇ। ਕਿਤੇ ਉਹ ਕੜਾ ਵੀ ਹੈ, ਕਿਤੇ ਉਹ ਚੈਨ ਵੀ ਹੈ, ਕਿਤੇ ਉਹਦਾ ਕੋਈ ਰੂਪ ਹੈ, ਕਿਤੇ ਕੋਈ ਰੂਪ ਹੈ। ਜਦੋਂ ਅਸੀਂ ਸ੍ਰਿਸ਼ਟੀ ਨੂੰ ਇਸ ਆਧਾਰ 'ਤੇ ਵੇਖਦੇ ਹਾਂ ਤੇ ਸਾਹਿਬ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਨੇ ਵੀ ਇੱਥੇ ਔਰਤਾਂ ਵੀ ਨੇ, ਇੱਥੇ ਪੁਰਖ ਵੀ ਨੇ, ਇੱਥੇ ਪਸ਼ੂ ਵੀ ਨੇ, ਇੱਥੇ ਪੰਛੀ ਵੀ ਨੇ। ਇਹ ਸਾਰਾ ਪਸਾਰਾ ਇਹ ਆਕਾਰ ਜਿਹੜਾ ਅਨੇਕਾਂ ਰੂਪਾਂ ਦੇ ਅੰਦਰ ਹੈ। 84 ਲੱਖ ਜੂਨ ਦਾ ਵੀ ਸਾਹਿਬ ਬਾਣੀ 'ਚ ਜ਼ਿਕਰ ਕਰਦੇ, 84 ਲੱਖ ਜੂਨ ਉਪਾਈ ਕਿ ਤੂੰ ਇਹ ਪੈਦਾ ਕੀਤੀ। ਪਰ ਜਦੋਂ ਅਸੀਂ ਇਹਨਾਂ ਸਾਰਿਆਂ ਦੇ ਅੰਦਰ ਇੱਕ ਦੀ ਗੱਲ ਕਰਾਂਗੇ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਕਿ ਇਹਨਾਂ ਸਾਰਿਆਂ ਦੇ ਅੰਦਰ ਜੋਤ ਜਿਹੜੀ ਹੈ ਉਹ ਕੇਵਲ ਇੱਕ ਦੀ ਹੈ ਤੇ ਇੱਕ ਦੀ ਜੋਤ ਵੀ ਇੱਕ ਰੂਪ ਹੋ ਕਰਕੇ ਬੈਠੀ ਹੈ। ਇਹ ਨਹੀਂ ਵੀ ਇੱਕ ਦੀ ਜੋਤ ਹੈ ਤੇ ਜੋਤ ਵੱਖ-ਵੱਖ ਹੈ, ਨਹੀਂ, ਹੈ ਵੀ ਇੱਕ ਦੀ ਤੇ ਹੈ ਵੀ ਇੱਕੋ ਹੀ ਹੈ। ਉਹੀ ਆਤਮਾ ਮੇਰੇ ਸਰੀਰ 'ਚ ਹੈ, ਉਹੀ ਆਤਮਾ ਤੁਹਾਡੇ ਸਰੀਰ 'ਚ ਹੈ, ਉਹੀ ਆਤਮਾ ਦੂਜੇ ਦੇ ਸਰੀਰ ਵਿੱਚ ਹੈ। ਤਾਂ ਹਜ਼ੂਰ ਪਾਤਸ਼ਾਹ ਅੱਜ ਇਹ ਸਾਨੂੰ ਤਕਰੀਬਨ ਸਮਝਾਉਂਦੇ ਨੇ, ਤੂੰ ਉਸ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਏ, ਖਿਨ ਮੈਂ ਥਾਪ ਉਹ ਥਾਪਦਾ ਤਿਸ ਬਿਨ ਨਹੀਂ ਕੋਏ। ਤੂੰ ਉਹਦੇ ਨਾਲ ਜੁੜ ਤੇ ਜਦੋਂ ਉਹਦੇ ਨਾਲ ਜੁੜੇਗਾ ਦੇਖ ਤੇਰੇ ਦੁੱਖ ਸੁੱਖ ਦਾ ਸਾਥੀ, ਤੇਰੇ ਦੁੱਖ ਸੁੱਖ ਦਾ ਭਾਈਵਾਲ, ਤੇਰੇ ਦੁੱਖਾਂ ਨੂੰ ਕੱਟਣ ਵਾਲਾ ਤੇ ਸੁੱਖਾਂ ਦੀ ਦਾਤ ਦੇਣ ਵਾਲਾ ਉਹ ਹੈ। ਜ਼ਿੰਦਗੀ 'ਚ ਜਦੋਂ ਵੀ ਕੋਈ ਕਾਰਜ ਬਣਦਾ ਸਾਹਿਬ ਸਾਨੂੰ ਬੜਾ ਸਖਤ ਹੁਕਮ ਕਰਦੇ ਨੇ ਕਿ ਗੁਰੂ ਕੋਲ ਆ। ਕੱਲ੍ਹ ਦੇ ਮੁੱਖ ਵਾਕ 'ਚ ਵੀ ਸਾਹਿਬ ਜੀ ਨੇ ਐਸਾ ਹੀ ਆਧਾਰ ਰੱਖਿਆ ਸੀ। ਤਾਂ ਬਾਣੀ ਅੰਦਰ ਇੱਕ ਬਚਨ ਅਸੀਂ ਪੜ੍ਹਦੇ, ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਕਿ ਦਾਤਾ ਜੀ ਸਾਡੀਆਂ ਜੋ ਲੋੜਾਂ ਨੇ, ਕੱਲ੍ਹ ਭਗਤ ਧੰਨਾ ਜੀ ਨੇ ਵੀ ਇਹੀ ਕਿਹਾ ਸੀ, ਦਾਤਾ ਮੇਰੀਆਂ ਕੁਝ ਲੋੜਾਂ ਨੇ ਤੇ ਲੋੜਾਂ ਇਸ ਤਰ੍ਹਾਂ ਦੀਆਂ ਨੇ, ਮੈਨੂੰ ਪਤਾ ਲੱਗਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਕਿ ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਸਾਰੇ ਕਾਰਜ ਜਿਹੜੇ ਉਹ ਸਵਾਰਦਾ ਤੇ ਮੇਰੀਆਂ ਕੁਝ ਲੋੜਾਂ ਨੇ ਮੈਂ ਤੇਰੇ ਸਮਕਸ਼ ਲਿਆ ਕੇ ਰੱਖ ਦਿੱਤੀਆਂ। ਭਾਵ ਇਹ ਹੈ ਕਿ ਜਦੋਂ ਅਸੀਂ ਇੱਕ ਨੂੰ ਜੀਵਨ ਦਾ ਆਧਾਰ ਮੰਨਾਂਗੇ ਤੇ ਨਾਲ ਇਹ ਵੀ ਮੰਨਾਂਗੇ ਕਿ ਉਸ ਤੋਂ ਵੱਡਾ ਸਮਰੱਥਾ ਵਾਲਾ ਕੋਈ ਨਹੀਂ, ਤਾਂ ਸਾਹਿਬ ਪਾਤਸ਼ਾਹ ਅੱਗੇ ਚੱਲ ਕੇ ਸਾਨੂੰ ਸਮਝਾਉਣਗੇ ਕਿ ਬਸ ਜ਼ਿੰਦਗੀ 'ਚ ਉਹਦੀ ਟੇਕ ਲਈ, ਉਹਦਾ ਆਧਾਰ ਲਈ ਤੇ ਉਹਦਾ ਆਸਰਾ ਲਈ। ਪ੍ਰਾਰੰਭਤਾ ਤੇ ਕਿਰਪਾ ਕਰਦੇ ਤੁਧ ਬਿਨ ਦੂਜਾ ਨਾ ਹੀ ਕੋਏ, ਦਾਤਾ ਤੇਰੇ ਤੋਂ ਬਿਨਾ ਦੂਜਾ ਹੈ ਹੀ ਕੋਈ ਨਹੀਂ ਹੈ। ਅਸੀਂ ਕਿਹਨੂੰ ਕਹੀਏ ਵੀ ਤੂੰ ਰੱਬ ਵਰਗਾ ਹੈ, ਤੂੰ ਪਰਮਾਤਮਾ ਵਰਗਾ ਹੈ। ਠੀਕ ਹੈ, ਅਸੀਂ ਕਿਸੇ ਮਨੁੱਖ ਦਾ ਥੋੜ੍ਹਾ ਜਿਹਾ ਗੁਣ ਵੇਖ ਕੇ ਕਹਿ ਦਿੰਦੇ ਇਹ ਤੇ ਗਾਂ ਵਰਗਾ ਹੈ, ਵੀ ਠੀਕ ਹੈ ਭੋਲਾ ਹੈ। ਜੇ ਕੋਈ ਪਰਉਪਕਾਰੀ ਹੋਵੇ, ਕੋਈ ਦਇਆਲੂ ਹੋਵੇ, ਦਇਆਲੂ ਸੁਭਾਅ ਦਾ ਹੋਵੇ, ਕੋਈ ਬਹੁਤ ਜ਼ਿਆਦਾ ਹੈਲਪਫੁਲ ਇਨਸਾਨ ਹੋਵੇ ਤਾਂ ਅਸੀਂ ਕਹਿੰਦੇ ਵੀ ਇਹ ਤੇ ਰੱਬ ਵਰਗਾ ਹੈ। ਠੀਕ ਹੈ, ਇੱਕ ਅੱਧਾ ਗੁਣ ਲੈ ਕੇ ਅਸੀਂ ਕਹਿ ਸਕਦੇ, ਪਰ ਰੱਬ ਰੱਬ ਹੀ ਹੈ, ਪਰਮਾਤਮਾ ਪਰਮਾਤਮਾ ਹੀ ਹੈ। ਇਹੀ ਕਾਰਨ ਸੀ ਕਿ ਜਦੋਂ ਭਾਈ ਲਹਿਣੇ ਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਾਨਕ ਰੂਪ ਰਹਾ ਕਰਤਾਰ ਦੀ ਖੇਡ ਵਰਤਾਈ ਸੀ ਤੇ ਇਤਿਹਾਸ ਜੋ ਜ਼ਿਕਰ ਕਰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਗਲੀ ਫੜੀ ਤੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਇੱਕ ਕੁੱਤਕਾ ਵੀ ਹੈ। ਕਈ ਜਾਨਵਰ ਕੁੱਤੇ ਵਗੈਰਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਨੇ। ਜੰਗਲ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਬਾਰ-ਬਾਰ ਮਹਾਰਾਜ ਜੀ ਜਾ ਰਹੇ ਨੇ। ਕੁਛ ਲੋਕ ਮਹਾਰਾਜ ਦੇ ਮਗਰ ਤੁਰੇ। ਸਾਡਾ ਇਤਿਹਾਸ ਕਹਿੰਦਾ ਹੈ ਕੋਈ ਮਹਾਰਾਜ ਦੇ ਡੰਡੇ ਤੋਂ ਡਰਦਾ ਮੁੜਿਆ, ਕੋਈ ਸੋਨਾ ਚਾਂਦੀ ਦੀਆਂ ਮੋਹਰਾਂ ਚੁੱਕ ਕੇ ਮੁੜ ਆਇਆ, ਪਰ ਅਖੀਰ ਤੇ ਦੋ ਸਰੀਰ ਰਹਿ ਗਏ।
ਜਿਨ੍ਹਾਂ ਦੇ ਵਿੱਚੋਂ ਇੱਕ ਬਾਬਾ ਬੁੱਢਾ ਸਾਹਿਬ ਜੀ, ਇੱਕ ਭਾਈ ਲਹਿਣਾ ਜੀ। ਬਾਬੇ ਬੁੱਢੇ ਵੱਲ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਬੁੱਢਿਆ ਤੂੰ ਜਾ ਸਕਦਾ ਹੈ, ਤੂੰ ਪਾਸੇ ਹੋ ਸਕਦਾ ਹੈ ਜੇ ਤੇਰੀ ਇੱਛਾ ਹੋਵੇ, ਮੇਰਾ ਹੁਕਮ ਨਹੀਂ, ਜੇ ਤੇਰੀ ਇੱਛਾ ਹੈ। ਕਿਉਂਕਿ ਇੱਥੇ ਬੜੇ ਕੌਤਕ ਵਰਤਨੇ ਨੇ। ਇਤਿਹਾਸ ਕਹਿੰਦਾ ਬਾਬਾ ਬੁੱਢਾ ਜੀ ਵੀ ਓਲੇ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਦਫਾ ਹੀ ਬਾਬੇ ਬੁੱਢੇ ਨੂੰ ਇਹ ਵਰ ਦਿੱਤਾ ਹੋਇਆ ਸੀ, ਬੁੱਢਿਆ ਤੈਥੋਂ ਓਲੇ ਕਦੇ ਨਾ ਹੋ ਸਾਂ, ਵੀ ਤੂੰ ਜਿੱਥੇ ਮਰਜ਼ੀ ਮੈਂ ਹੋਵਾਂ, ਜਿਸ ਮਰਜ਼ੀ ਸਰੀਰ ਵਿੱਚ ਮੇਰੀ ਜੋਤ ਵਰਤਦੀ ਹੋਵੇ, ਮੈਂ ਤੇਰੇ ਤੋਂ ਓਲੇ ਨਹੀਂ ਹੋਵਾਂਗਾ। ਆਖਰ ਭਾਈ ਲਹਿਣਾ ਜੀ ਰਹਿ ਗਏ। ਜਦੋਂ ਇਸ ਇਤਿਹਾਸ ਦੀ ਘਟਨਾ ਇਹ ਪੜ੍ਹਦੇ ਹਾਂ ਤਾਂ ਹਜ਼ੂਰ ਪਾਤਸ਼ਾਹ ਕਹਿੰਦੇ, ਲਹਿਣਿਆ ਤੂੰ ਨਹੀਂ ਮੁੜਿਆ। ਤੇ ਉਹਨੇ ਕਿਹਾ ਵੀ ਬਾਬਾ ਮੈਂ ਜਾਵਾਂ ਕਿੱਥੇ, ਇਹ ਜਿਹੜੇ ਲੋਕ ਮੁੜੇ ਨੇ ਇਹਨਾਂ ਨੂੰ ਪਿੱਛੇ ਕੋਈ ਆਸ ਉਮੀਦ ਹੋਏਗੀ, ਮੇਰਾ ਤੇ ਘਰ ਹੀ ਤੂੰ ਹੈ ਦਾਤਾ। ਮੈਂ ਘਰ ਛੱਡ ਕੇ ਤੇ ਤੇਰੇ ਕੋਲ ਆਇਆ, ਤੇ ਅਸਲ ਵਿੱਚ ਜਿਸ ਘਰ ਦੀ ਸੋਝੀ ਤੂੰ ਦੇ ਦਿੱਤੀ ਉਸ ਤੋਂ ਬਾਅਦ ਮੇਰਾ ਕੋਈ ਘਰ ਰਹਿ ਹੀ ਨਹੀਂ ਗਿਆ। ਕਿਉਂਕਿ ਇਹਨਾਂ ਇਮਾਰਤਾਂ ਵਾਲੇ ਘਰਾਂ ਦੀ ਗੱਲ ਨਹੀਂ, ਬਾਬਾ ਜਿਹੜਾ ਘਰ ਤੂੰ ਮੈਨੂੰ ਵਿਖਾ ਦਿੱਤਾ, ਜਿਹਨੂੰ ਅਸੀਂ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਕਿ ਦਾਤਾ ਤੂੰ ਮੈਨੂੰ ਸਵੈ ਸਰੂਪੀ ਘਰ ਦਿਖਾ ਦਿੱਤਾ ਹੈ, ਹੁਣ ਮੈਂ ਉਸ ਘਰ ਨੂੰ ਛੱਡ ਕੇ ਭਲਾ ਕਿੱਥੇ ਚਲਾ ਜਾਵਾਂ, ਉਹੀ ਤੇ ਸਾਡਾ ਅਸਲ ਘਰ ਹੈ। ਤਾਂ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਠੀਕ ਹੈ, ਜੇ ਇੰਨਾ ਹੀ ਜ਼ਿਆਦਾ ਤੈਨੂੰ ਭਰੋਸਾ ਹੈ, ਜੇ ਤੂੰ ਨਹੀਂ ਜਾਣਾ ਤੇ ਫਿਰ ਇੱਕ ਪ੍ਰੀਖਿਆ ਦੇ ਵਿੱਚੋਂ ਗੁਜ਼ਰਨਾ ਪਏਗਾ, ਤੈਨੂੰ ਮੁਰਦਾ ਖਾਣਾ ਪਏਗਾ। ਖੈਰ ਇਤਿਹਾਸ ਦੀ ਘਟਨਾ ਥੋੜ੍ਹਾ ਸੰਕੋਚ ਕੇ ਮੈਂ ਜ਼ਿਕਰ ਕਰਾਂ। ਭਾਈ ਲਹਿਣਾ ਜੀ ਪਰਿਕਰਮਾ ਕਰਦੇ ਨੇ ਤੇ ਗੁਰੂ ਨਾਨਕ ਬਾਬਾ ਕਹਿ ਰਿਹਾ ਕਿ ਲਹਿਣਿਆ ਕੀ ਹੋਇਆ, ਘਬਰਾ ਗਿਆ, ਡੋਲ ਗਿਆ, ਖਾ ਨਹੀਂ ਰਿਹਾ। ਤੇ ਭਾਈ ਲਹਿਣੇ ਦੇ ਬੋਲ ਸੀ, ਬਾਬਾ ਮੈਂ ਤੇ ਸਿਰਫ ਇਸ ਉਡੀਕ ਦੇ ਵਿੱਚ ਆ, ਤੂੰ ਇਹ ਤਾਂ ਕਹਿ ਦਿੱਤਾ ਵੀ ਮੁਰਦਾ ਖਾ, ਪਰ ਇਹ ਨਹੀਂ ਹਾਲੇ ਦੱਸਿਆ ਵੀ ਪੈਰਾਂ ਵਾਲੇ ਪਾਸਿਓਂ ਖਾਣਾ ਜਾਂ ਸਿਰ ਵਾਲੇ ਪਾਸਿਓਂ। ਹਜ਼ੂਰ ਕਹਿੰਦੇ ਪੈਰਾਂ ਵਾਲੇ ਪਾਸਿਓਂ ਸ਼ੁਰੂ ਕਰ। ਮੁੱਖ ਦੀ ਗੱਲ, ਭਾਈ ਲਹਿਣੇ ਨੇ ਚਾਦਰ ਚੁੱਕੀ, ਉੱਥੇ ਪੰਚਾਮ੍ਰਿਤ ਕੜਾਹ ਪ੍ਰਸ਼ਾਦੀ ਦੇਗ ਪਈ। ਗੁਰੂ ਨਾਨਕ ਸਾਹਿਬ ਜੀ ਨੇ ਅਖੀਰ ਭਾਈ ਲਹਿਣੇ ਨੂੰ ਗੱਲ ਵਕੜੀ ਲਿਆ ਤੇ ਕਹਿੰਦੇ, ਲਹਿਣਿਆ ਜੇ ਤੂੰ ਇਹ ਗੱਲ ਕਹਿਣਾ ਕਿ ਬਾਬਾ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ, ਵੀ ਮੇਰਾ ਕੋਈ ਘਰ ਨਹੀਂ ਹੈਗਾ ਜਿੱਥੇ ਮੈਂ ਵਾਪਸ ਚਲਾ ਜਾਵਾਂ, ਤੇਰੇ ਤੋਂ ਬਿਨਾ ਮੇਰਾ ਕੋਈ ਆਸਰਾ ਨਹੀਂ ਹੈਗਾ ਜਿਨ੍ਹਾਂ ਕੋਲ ਮੈਂ ਚਲਾ ਜਾਵਾਂ, ਮੈਂ ਤੇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ ਵਾਲੀ ਮੇਰੀ ਅਵਸਥਾ ਹੋਈ ਪਈ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਲਹਿਣਿਆ ਜੇ ਤੇਰਾ ਮੇਰੇ ਤੋਂ ਬਿਨਾ ਕੋਈ ਨਹੀਂ ਤੇ ਫਿਰ ਸੱਚ ਇਹ ਹੈ ਮੇਰਾ ਵੀ ਤੇਰੇ ਤੋਂ ਬਿਨਾ ਕੋਈ ਨਹੀਂ। ਭਾਵ ਇਹ ਹੈ ਕਿ ਮੈਂ ਵੀ ਬੜੇ ਚਿਰ ਦਾ ਲੱਭ ਰਿਹਾ ਸੀ, ਮੈਂ ਇਹ ਜੋਤ ਕਿਹਦੇ ਅੰਦਰ ਟਿਕਾਵਾਂ। ਅੱਜ ਜੇ ਤੈਨੂੰ ਗੁਰੂ ਨਾਨਕ ਦਾ ਘਰ ਮਿਲ ਗਿਆ ਤੇ ਗੁਰੂ ਨਾਨਕ ਦੀ ਜੋਤ ਨੂੰ ਲੈਣਿਆ, ਤੇਰੇ ਸਰੀਰ ਵਾਲਾ ਘਰ ਮਿਲ ਗਿਆ, ਤੂੰ ਗੁਰੂ ਨਾਨਕ ਦੇ ਘਰ ਟਿਕ ਜਾ ਤੇ ਨਾਨਕ ਤੇਰੇ ਇਸ ਘਰ ਦੇ ਵਿੱਚ ਟਿਕ ਜਾਏਗਾ। ਇਸੇ ਨੂੰ ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਤੁਧ ਬਿਨ ਦੂਜਾ ਨਾ ਹੀ ਕੋਏ। ਅਸਲ ਵਿੱਚ ਦਾਤਾ ਜਿਹੜੇ ਤੇਰੇ ਹੋ ਗਏ ਉਹ ਇਸ ਤਰ੍ਹਾਂ ਦੀ ਅਵਸਥਾ ਨੂੰ ਮੰਨਦੇ ਨੇ, ਜਾਂ ਅਸੀਂ ਇੰਜ ਕਹਿ ਲਈਏ ਇੱਕ ਸਮਰਪਣ ਭਾਵ ਨੂੰ ਮੰਨਦੇ ਨੇ ਕਿ ਜਿਵੇਂ ਇੱਕ ਕੁੱਤੇ ਨੂੰ ਅਸੀਂ ਵਿਹਨੇ ਆ, ਕੁੱਤੇ ਨੂੰ ਭਾਵੇਂ ਲੱਖ ਅਸੀਂ ਮਾਰੀਏ, ਦੁਰਕਾਰੀਏ, ਜੋ ਮਰਜ਼ੀ ਕਰੀਏ, ਜਿਹੜਾ ਮਾਲਕ ਦਾ ਹੋ ਗਿਆ, ਗੁਲਾਮ ਤੇ ਕੂਕਰ ਦੋਵਾਂ ਦੀ ਅਵਸਥਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਦੇਖੋ ਘਰ ਵਿੱਚ ਕੂਕਰ ਰੱਖਿਆ ਹੋਵੇ, ਭਾਵੇਂ ਅਸੀਂ ਉਹਨੂੰ ਮਾਰੀਏ, ਕੁੱਟੀਏ, ਜੋ ਮਰਜ਼ੀ, ਮਾਲਕ ਬੂਹਾ ਭੇੜ ਲੈਂਦਾ। ਪਰ ਕਦੀ ਵੀ ਤੁਸੀਂ ਤਜਰਬੇ ਦੇ ਤੌਰ ਤੇ ਵੇਖਿਓ, ਜਿਹੜਾ ਤੁਹਾਡੇ ਘਰ ਦਾ ਕੂਕਰ ਹੈ ਨਾ, ਤੁਸੀਂ ਦਰਵਾਜ਼ਾ ਢੋਲੋ, ਜੋ ਮਰਜ਼ੀ ਉਹਦੇ ਨਾਲ ਕਰ ਲਓ, ਉਹ ਕਦੀ ਗਵਾਂਢੀਆਂ ਦੇ ਬੂਹੇ ਅੱਗੇ ਜਾ ਕੇ ਨਹੀਂ ਬਹਿੰਦਾ, ਉਹਨੇ ਤੁਹਾਡੇ ਹੀ ਦਰਵਾਜ਼ੇ ਅੱਗੇ ਬੈਠੇ ਰਹਿਣਾ। ਕਾਰਨ ਉਹਨੂੰ ਪਤਾ ਵੀ ਕਦੇ ਨਾ ਕਦੇ ਤੇ ਮਾਲਕ ਬੂਹਾ ਖੋਲ੍ਹੇਗਾ, ਤੇ ਜਦੋਂ ਮਾਲਕ ਦਰਵਾਜ਼ਾ ਖੋਲ੍ਹਦਾ ਸਭ ਤੋਂ ਪਹਿਲਾਂ ਮਾਲਕ ਦੇ ਪੈਰਾਂ ਨੂੰ ਚੱਟਣਾ ਚੁੰਮਣਾ ਸ਼ੁਰੂ ਕਰ ਦਿੰਦਾ। ਆਖਰ ਮਾਲਕ ਨੂੰ ਤਰਸ ਆ ਜਾਂਦਾ, ਕਦੇ ਨਾ ਕਦੇ ਉਹਨੂੰ ਘਰ ਦੇ ਅੰਦਰ ਲੈ ਜਾਂਦਾ, ਕਿਉਂਕਿ ਉਹ ਢੀਠ ਹੋ ਜਾਂਦਾ। ਹਜ਼ੂਰ ਦੀ ਬਾਣੀ ਅੰਦਰ ਇੱਕ ਬਚਨ ਆਉਂਦਾ, ਪਾਵੋ ਦਾਨ ਢੀਠ ਹੋਏ ਮੰਗੋ। ਇਸ ਘਰ ਦੇ ਅੰਦਰ ਢੀਠਤਾ ਵੀ ਚਾਹੀਦੀ ਹੈ, ਢੀਠਪੁਣਾ ਵੀ ਚਾਹੀਦਾ। ਤਾਂ ਉੱਥੇ ਅਸੀਂ ਕੂਕਰ ਦੀ ਉਦਾਹਰਨ ਵੀ ਲੈ ਲੈਂਦੇ ਹਾਂ, ਜਾਂ ਫਿਰ ਅਸੀਂ ਜੁੱਤੀ ਦੀ ਉਦਾਹਰਨ ਲੈਂਦੇ ਹਾਂ। ਦੇਖੋ ਜੁੱਤੀ ਜਿਹੜੀ ਹੈ, ਭਾਵੇਂ ਅਸੀਂ ਉਹਨੂੰ ਪਹਿਨ ਕੇ ਕਈ ਗੰਦੀਆਂ ਮੰਦੀਆਂ ਥਾਵਾਂ ਤੋਂ ਗੁਜ਼ਰਦੇ ਹਾਂ, ਕੰਡਿਆਂ ਤੋਂ ਲੰਘਦੇ ਹਾਂ, ਰੋਡਾਂ ਤੋਂ ਲੰਘਦੇ ਹਾਂ, ਹਰ ਔਖੇ ਸੌਖੇ ਸਮੇਂ ਉਹ ਸਾਡੇ ਪੈਰਾਂ ਨੂੰ ਦੁੱਖਾਂ ਤੋਂ, ਕੰਡਿਆਂ ਦੀਆਂ ਮਾਰਾਂ ਤੋਂ, ਸੱਟਾਂ ਤੋਂ ਬਚਾਉਂਦੀ ਹੈ। ਪਰ ਜਦੋਂ ਵੀ ਕਿਤੇ ਗੱਲ ਆਵੇ, ਜੁੱਤੀ ਭਾਵੇਂ ਗੁਰੂ ਘਰ ਹੋਵੇ, ਭਾਵੇਂ ਸਾਡਾ ਘਰ ਹੋਵੇ, ਕਮਰਾ ਹੋਵੇ, ਉਹ ਬਾਹਰ ਹੀ ਰਹੇਗੀ। ਅਤੇ ਉਹਨੇ ਕਦੀ ਗਿਲਾ ਸ਼ਿਕਵਾ ਨਹੀਂ ਕੀਤਾ ਵੀ ਮੈਂ ਤੇ ਇਹਨੂੰ ਸਾਰਿਆਂ ਦੁੱਖਾਂ ਸੁੱਖਾਂ ਤੋਂ ਬਚਾ ਕੇ ਰੱਖਦੀ ਹਾਂ, ਅਤੇ ਇਹ ਮੇਰੇ ਨਾਲ ਇਸ ਤਰ੍ਹਾਂ ਦੀ ਨਫ਼ਰਤ ਵੀ ਘਰੇ ਵੜਦਾ ਤਾਂ ਬਾਹਰ ਲਾ ਦਿੰਦਾ, ਦੁਕਾਨ 'ਚ ਵੜਦਾ ਤਾਂ ਬਾਹਰ ਲਾ ਦਿੰਦਾ, ਇਹ ਮੈਨੂੰ ਅੰਦਰ ਤੱਕ ਨਹੀਂ ਲੈ ਕੇ ਜਾਂਦਾ। ਪਰ ਇੱਕ ਗੱਲ ਹੈ, ਉਹ ਕਹਿੰਦੀ ਵੀ ਮੈਂ ਇੱਥੇ ਪਈ ਹਾਂ, ਜਦੋਂ ਮੇਰਾ ਮਾਲਕ ਦਰਵਾਜ਼ੇ ਤੋਂ ਬਾਹਰ ਨਿਕਲੇਗਾ ਸਭ ਤੋਂ ਪਹਿਲਾਂ ਉਹਦੇ ਪੈਰ ਚੁੰਮਣ ਦਾ ਸੁਭਾਗ ਜਿਹੜਾ ਉਹ ਮੈਨੂੰ ਮਿਲੇਗਾ। ਇੰਨਾ ਕੁ ਮਾਲਕ ਦੇ ਦਰ 'ਤੇ ਉਹ ਸਮਰਪਣ ਹੋ ਕੇ ਰਹਿੰਦੀ ਹੈ। ਇਹ ਛੋਟੀਆਂ ਛੋਟੀਆਂ ਉਦਾਹਰਨਾਂ ਨੇ। ਜਦੋਂ ਅਸੀਂ ਬਾਣੀ ਅੰਦਰ ਕੂਕਰ ਦਾ ਜ਼ਿਕਰ ਪੜ੍ਹਦੇ ਹਾਂ
ਤੇ ਭਗਤ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਆਪਣੇ ਆਪ ਨੂੰ ਕੂਕਰ ਕਹਿ ਕੇ ਨਾ ਆਪਣਾ ਨਾਂ ਵੀ ਰੱਖ ਲਿਆ। ਅਸੀਂ ਸ਼ਲੋਕ ਪੜ੍ਹਦੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹਿ ਜਾਓ। ਭਾਵ ਇਹ ਇੱਕ ਸਮਰਪਣ ਵੀ ਮਾਲਕ ਤੋਂ ਬਿਨਾ ਸਾਡਾ ਕੋਈ ਨਹੀਂ। ਤੇ ਜੇ ਇੱਕ ਕੂਕਰ ਇਹ ਗੱਲ ਨੂੰ ਕਹਿ ਸਕਦਾ ਹੈ, ਜੇ ਜੁੱਤੀ ਇਸ ਗੱਲ ਨੂੰ ਮੰਨ ਸਕਦੀ ਵੀ ਮੈਂ ਇਸ ਮਾਲਕ ਦੇ ਦਰ ਤੋਂ ਬਿਨਾ ਦੂਜੇ ਦੇ ਬੂਹੇ ਅੱਗੇ ਨਹੀਂ ਬਹਿਣਾ। ਹਾਲਾਂਕਿ ਬਾਣੀ ਅੰਦਰ ਇੱਕ ਐਸਾ ਵੀ ਬਚਨ ਆਉਂਦਾ ਭਗਤਾਂ ਦਾ, ਕਹਿੰਦੇ ਦਾਤਾ ਤੇਰੇ ਦਰ ਨੂੰ ਛੱਡ ਕੇ ਦੂਜੇ ਦੇ ਦਰ ਤੇ ਜਾਣ ਦਾ ਸਾਡੇ ਮਨ ਅੰਦਰ ਕਦੀ ਖਿਆਲ ਵੀ ਨਾ ਪੈਦਾ ਹੋਵੇ। ਤੇ ਜੇ ਕਦੀ ਸਾਡੇ ਅੰਦਰ ਇਹ ਖਿਆਲ ਪੈਦਾ ਹੋ ਜਾਵੇ, ਜਾਣਾ ਤੇ ਬਹੁਤ ਅੱਗੇ ਦੀ ਗੱਲ ਹੈ, ਜੇ ਖਿਆਲ ਵੀ ਪੈਦਾ ਹੋ ਜਾਵੇ ਵੀ ਤੇਰੇ ਵਰਗਾ ਕੋਈ ਹੋਰ ਵੀ ਦਰਵਾਜ਼ਾ ਹੈਗਾ, ਅਸੀਂ ਉਹਦੇ ਕੋਲ ਚਲੇ ਜਾਈਏ, ਤਾਂ ਬਸ ਫਿਰ ਇੱਕ ਖੇਡ ਵਰਤਾ ਦੇਵੀਂ ਕਿ ਸਾਡੇ ਇਸ ਸਰੀਰ ਦੇ ਵਿੱਚੋਂ ਜੀਓ ਸਰੀਰ ਹੌਲੇ, ਕਿ ਸਾਡੇ ਇਸ ਸਰੀਰ ਵਿੱਚੋਂ ਜਿੰਦ ਕੱਢ ਲਵੀ, ਪਰ ਕਿਸੇ ਦਰ ਦਾ ਮੁਥਾਜ ਨਾ ਹੋਣ ਦਈ। ਕਦੀ ਕਿਸੇ ਮਨ ਅੰਦਰ ਇਹ ਸਾਡੇ ਖਿਆਲ ਨਾ ਆਵੇ ਵੀ ਕੋਈ ਤੇਰੇ ਵਰਗਾ ਦੂਜਾ ਹੈਗਾ, ਤੇ ਅਸੀਂ ਵੀਰਵਾਰ ਉਹਦੇ ਦਰ ਤੇ ਜਾ ਕੇ ਅਲੱਖ ਜਗਾ ਆਈਏ, ਅਸੀਂ ਉਹਦੇ ਤੇਲ ਚੜਾ ਆਈਏ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਦਾਤਾ ਤੁਧ ਬਿਨ ਦੂਜਾ ਨਾ ਹੀ ਕੋਏ, ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ। ਤੂੰ ਕਰਤਾਰ ਕਰਹਿ ਸੋ ਹੋਏ, ਤੂੰ ਕਰਤਾਰ ਹੈ, ਮਾਲਕ ਹੈ, ਕਰਤਾ ਹੈ, ਜੋ ਤੂੰ ਕਰਦਾ ਹੈ ਸੋ ਹੋਏ। ਇਸ ਸ੍ਰਿਸ਼ਟੀ 'ਚ ਜੋ ਵੀ ਹੋ ਰਿਹਾ ਇਹ ਸਾਰਾ ਕੁਝ ਉਹਦੇ ਹੁਕਮ ਅਨੁਸਾਰ ਹੈ। ਜੇ ਸੂਰਜ ਚੜ੍ਹਿਆ ਤਾਂ ਵੀ ਉਹਦੇ ਹੁਕਮ ਅਨੁਸਾਰ, ਜੇ ਚੰਦ ਛਿਪਿਆ, ਤਾਰੇ ਛਿਪੇ ਨੇ, ਰਾਤ ਪਾਸੇ ਹੋਈ ਉਹਦੇ ਹੁਕਮ ਅਨੁਸਾਰ। ਇਹ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਇਹ ਸਾਰਾ ਕੁਝ ਉਹਦੇ ਹੁਕਮ ਦੇ ਅੰਦਰ ਚੱਲਦਾ ਪਿਆ ਹੈ। ਤਾਂ ਸਾਹਿਬ ਕਹਿੰਦੇ ਜੋ ਤੂੰ ਕਰਤਾਰ ਕਰਹਿ ਸੋ ਹੋਏ, ਤੂੰ ਕਰਤਾਰ ਹੈ, ਜੋ ਤੂੰ ਕਰਦਾ ਹੈ ਉਹ ਸ੍ਰਿਸ਼ਟੀ ਵਿੱਚ ਹੋ ਰਿਹਾ, ਜੋ ਸਾਡੇ ਜੀਵਨ ਅੰਦਰ ਹੋ ਰਿਹਾ। ਦੇਖੋ ਅਸੀਂ ਕਰਮ ਕਰਨ ਵਿੱਚ ਸੁਤੰਤਰ ਹਾਂ, ਪਰ ਅਸੀਂ ਸੰਪੂਰਨ ਤੌਰ 'ਤੇ ਸੁਤੰਤਰ ਨਹੀਂ ਹਾਂ। ਇਹ ਦੋ ਸ਼ਬਦ ਨੇ। ਅਸੀਂ ਕਰਮ ਕਰਨ ਵਿੱਚ ਸੁਤੰਤਰ ਹਾਂ, ਪਰ ਅਸੀਂ ਪੂਰਨ ਤੌਰ 'ਤੇ ਕਰਮ ਕਰਨ ਵਿੱਚ ਸੁਤੰਤਰ ਨਹੀਂ ਹਾਂ। ਜਿਵੇਂ ਅਸੀਂ ਕਿਸੇ ਵੀ ਮੁਲਕ ਵਿੱਚ ਰਹੀਏ ਤੇ ਕਿਹਾ ਜਾਂਦਾ ਵੀ ਤੁਹਾਨੂੰ ਆਜ਼ਾਦੀ ਹੈ ਜੀ, ਪਰ ਨਾਲ ਇਹ ਵੀ ਕਿਹਾ ਜਾਂਦਾ ਵੀ ਫਲਾਣੇ ਕੰਮਾਂ ਦੀ ਤੁਹਾਨੂੰ ਕੋਈ ਆਜ਼ਾਦੀ ਨਹੀਂ ਹੈਗੀ। ਆਜ਼ਾਦ ਹੋ ਤੁਸੀਂ, ਤੁਸੀਂ ਖੁੱਲ੍ਹਾ ਵਿਚਰ ਸਕਦੇ ਹੋ, ਆਹ ਕਰ ਸਕਦੇ, ਉਹ ਕਰ ਸਕਦੇ, ਪਰ ਇਹ ਨਹੀਂ ਵੀ ਤੁਸੀਂ ਕਹੋ ਅਸੀਂ ਤਾਂ ਸੁਤੰਤਰ ਆ, ਜਿਹਨੂੰ ਮਰਜ਼ੀ ਮਾਰ ਦਈਏ। ਨਹੀਂ, ਤੁਹਾਨੂੰ ਇਹ ਆਜ਼ਾਦੀ ਨਹੀਂ ਹੈਗੀ। ਕੁਝ ਕਾਨੂੰਨ ਹੈਗੇ ਨੇ, ਕੁਝ ਹੁਕਮ ਹੈਗੇ ਨੇ ਤੁਹਾਡੇ ਉੱਤੇ। ਸੋ ਇਸ ਤਰ੍ਹਾਂ ਜੀਵ ਸੁਤੰਤਰ ਹੈ, ਪਰ ਇੰਨਾ ਵੀ ਸੁਤੰਤਰ ਨਹੀਂ ਕਿ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਵੇ। ਇਹਦੇ 'ਤੇ ਧਰਮ ਦੇ ਕਾਨੂੰਨ ਨੇ, ਇਹਦੇ ਉੱਪਰ ਧਰਮ ਦੀ ਮਰਿਆਦਾ ਹੈ, ਇਹਦੇ ਉੱਪਰ ਗੁਰੂ ਦੇ ਬੜੇ ਹੁਕਮ ਜਿਹੜੇ ਸੋ ਲਾਗੂ ਹੁੰਦੇ। ਖੈਰ ਸਾਹਿਬ ਕਹਿੰਦੇ ਤੂੰ ਕਰਤਾਰ ਕਰਹਿ ਸੋ ਹੋਏ, ਤੂੰ ਜੋ ਕਰਦਾ ਹੈ ਤੇ ਕਿੰਨਾ ਕੁਛ ਤੂੰ ਕਰਦਾ ਹੈ। ਸਾਹਿਬ ਦੀ ਬਾਣੀ ਅੰਦਰ ਇੱਕ ਵਚਨ ਆਪਾਂ ਪੜ੍ਹਦੇ ਹਾਂ ਕਿ ਇੱਕ ਛਿਣ ਦੇ ਅੰਦਰ ਤੂੰ ਕੀ ਕਰਦਾ ਹੈ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ। ਕਿ ਤੂੰ ਇੱਕ ਛਿਣ ਮਾਤਰ ਦੇ ਅੰਦਰ ਕੀੜਾ ਰਿੰਗਦਾ ਹੋਇਆ ਜੀਵ ਜਿਹੜਾ ਉਹਨੂੰ ਪਾਤਸ਼ਾਹੀਆਂ ਦੇ ਦਿੰਦਾ। ਇੱਥੇ ਇੱਕ ਬਾਹਰੀ ਕੀੜੇ ਦੀ ਗੱਲ ਵੀ, ਦੂਜਾ ਕੀੜੇ ਦੇ ਵੱਤ ਜਿਹੜਾ ਜੀਵ ਜਿਹਦੀ ਸੰਸਾਰ 'ਤੇ ਹੋਂਦ ਹਸਤੀ ਕੋਈ ਨਹੀਂ। ਜਦੋਂ ਗੁਰੂ ਰਾਮਦਾਸ ਮਹਾਰਾਜ ਇਸ ਪ੍ਰਥਾਏ ਵਚਨ ਕਹਿੰਦੇ ਨੇ ਨਾ, ਜਦੋਂ ਆਪਾਂ ਇਹ ਵਚਨ ਪੜ੍ਹੀਏ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ, ਇਹਦੇ ਨਾਲ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਪੜ੍ਹੀਏ ਤਾਂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਕਿ ਐ ਦਾਤਾ ਜੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਕਿ ਅਸੀਂ ਕੀੜੇ ਸੀਗੇ, ਜਿਵੇਂ ਕੀੜੇ ਨੂੰ ਦੁਨੀਆ ਕੁਛ ਵੀ ਨਹੀਂ ਸਮਝਦੀ ਹੈ, ਮਸਲ ਕੇ ਰੱਖ ਦਿੰਦੀ ਛਿਨ ਮਾਤਰ ਦੇ ਅੰਦਰ। ਦਾਤਾ ਸਾਡੀ ਹਾਲਤ ਉਹ ਸੀਗੀ, ਪਰ ਜਦੋਂ ਤੇਰੇ ਨਾਲ ਜੁੜ ਗਏ ਕੀੜੇ ਹਮ ਥਾਪੇ, ਤੂੰ ਸਾਨੂੰ ਪਾਤਸ਼ਾਹੀਆਂ ਦਿੱਤੀਆਂ, ਸਾਨੂੰ ਬਾਦਸ਼ਾਹੀਆਂ ਦਿੱਤੀਆਂ, ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣਾ ਦਿੱਤਾ। ਜਦੋਂ ਅਸੀਂ ਗੁਰੂ ਹਰਿ ਰਾਏ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ, ਮਹਾਰਾਜ ਦੀ ਧਰਤੀ ਹੈ, ਤੇ ਸਾਹਿਬ ਪਾਤਸ਼ਾਹ ਜੀ ਦੇ ਕੋਲ ਇੱਕ ਸਰੀਰ ਆਇਆ, ਉਹਦਾ ਨਾਂ ਸੀ ਕਾਲੇ ਖਾਂ। ਉਹਦੇ ਨਾਲ ਦੋ ਛੋਟੇ ਛੋਟੇ ਬੱਚੇ ਨੇ, ਤੇ ਹਜੂਰ ਗੁਰੂ ਹਰਿ ਰਾਏ ਮਹਾਰਾਜ ਦੇ ਸਮਕਸ਼ ਆ ਕੇ ਉਹਨਾਂ ਨੇ ਢਿੱਡ ਵਜਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜ ਦੇਖ ਕੇ ਪੁੱਛਦੇ, ਕਾਲਿਆ ਇਹ ਕੀ ਕਹਿੰਦੇ ਨੇ? ਉਹ ਕਹਿੰਦਾ, ਮਹਾਰਾਜ ਸਮਾਜ ਤੋਂ ਡਰਦਿਆਂ ਬੋਲ ਨਹੀਂ ਸਕਦੇ। ਭਾਵ ਜ਼ੁਬਾਨ ਹੈਗੀ ਹੈ, ਪਰ ਇਹਨਾਂ ਦੇ ਅੰਦਰ ਇੱਕ ਡਰ ਹੈ, ਭਾਵੇਂ ਮੇਰਾ ਥੋੜ੍ਹਾ ਹੈ ਪਰ ਮੇਰੇ ਪਰਿਵਾਰ ਦਾ ਡਰ ਹੈ, ਲੋਕਾਂ ਦਾ ਡਰ ਹੈ। ਬੋਲ ਕੇ ਨਹੀਂ ਤੁਹਾਡੇ ਤੋਂ ਮੰਗ ਸਕਦੇ, ਪਰ ਕੁਛ ਮੰਗ ਰਹੇ ਨੇ। ਸਭ ਕਹਿੰਦੇ ਢਿੱਡ ਕਿਉਂ ਵਜਾਉਂਦੇ ਨੇ? ਕਹਿੰਦਾ, ਦਾਤਾ ਇਹ ਕਹਿ ਰਹੇ ਨੇ ਅਸੀਂ ਭੁੱਖੇ ਹਾਂ ਤੇ ਗੁਰੂ ਹਰਿ ਰਾਏ ਮਹਾਰਾਜ ਸਾਨੂੰ ਕੁਝ ਖਾਣ ਵਾਸਤੇ ਦੇ। ਭਾਵ ਮੈਂ ਇਹ ਜ਼ਿਕਰ ਕਰ ਰਿਹਾ ਕੀੜਾ ਥਾਪ ਦੇ ਪਾਤਸ਼ਾਹੀ, ਜਿਹੜੇ ਕਹਿ ਰਹੇ ਗੁਰੂ ਹਰਿ ਰਾਏ ਮਹਾਰਾਜ ਅਸੀਂ ਭੁੱਖੇ ਹਾਂ, ਸਾਡੇ ਕੋਲ ਖਾਣ ਲਈ ਕੁਛ ਨਹੀਂ ਹੈਗਾ। ਕਿਉਂਕਿ ਉਹਦੇ ਮਾਤਾ ਪਿਤਾ ਜਿਹੜੇ ਬੱਚਿਆਂ ਦੇ ਚੜ੍ਹਾਈ ਕਰ ਗਏ, ਕਾਲੇ ਖਾਂ ਦੇ ਭਰਾ ਦੇ ਉਹ ਬੱਚੇ ਸਨ ਕਰਮ ਦੇ, ਤਾਂ ਉਹ ਕਹਿ ਰਿਹਾ ਕਿ ਮਹਾਰਾਜ ਇਹ ਕਹਿੰਦੇ ਅਸੀਂ ਭੁੱਖੇ। ਗੁਰੂ ਹਰਿ ਰਾਏ ਮਹਾਰਾਜ ਨੇ ਫਿਰ ਵਚਨ ਕੀਤਾ, ਪਾਤਸ਼ਾਹ ਕਹਿੰਦੇ ਇਹਨਾਂ ਦੇ ਘੋੜੇ ਜਿਹੜੇ ਨੇ ਉਹ ਜਮਨਾ ਤੱਕ ਪਾਣੀ ਪੀਆ ਕਰਨਗੇ। ਐਡਾ ਵੱਡਾ ਰਾਜ ਭਾਗ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਆ, ਜਿਹੜੇ ਗਰੀਬੜੇ
ਜਿਹੜੇ ਕਹਿੰਦੇ ਸੀ ਅਸੀਂ ਢਿੱਡ ਵਜਾਉਣੇ, ਸਾਡੇ ਕੋਲ ਰੋਟੀ ਨਹੀਂ। ਗੁਰੂ ਹਰ ਰਾਏ ਮਹਾਰਾਜ ਨੇ ਇੱਕ ਛਿਣ ਦੇ ਵਿੱਚ ਬਚਨ ਕੀਤਾ ਤੇ ਉਹਨਾਂ ਰੀਂਗਦੇ ਹੋਏ ਕੀੜੇ ਵਰਗਿਆਂ ਬੱਚਿਆਂ ਨੂੰ, ਉਹਨਾਂ ਦੁਖੀਆਂ ਦੁਖਿਆਰਿਆਂ ਨੂੰ ਗੁਰੂ ਹਰ ਰਾਏ ਮਹਾਰਾਜ ਨੇ ਰਾਜ ਭਾਗ ਬਖਸ਼ਿਆ, ਜੋ ਅੱਜ ਵੀ ਉਹਨਾਂ ਦੀ ਔਲਾਦ, ਜਦੋਂ ਅਸੀਂ ਕੈਪਟਨ ਦਾ ਜ਼ਿਕਰ ਪੜ੍ਹਦੇ ਹਾਂ, ਸਾਰੇ ਸੰਦਲੀ ਫੂਲ, ਇਹ ਸਾਰੀ ਉਹਨਾਂ ਦੀ ਵਿਰਾਸਤ ਹੈ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਤੂੰ ਕਰਤਾਰ ਕਰਹਿ ਸੋ ਹੋਏ। ਦੂਜੇ ਪਾਸੇ ਸਾਹਿਬ ਦੀ ਬਾਣੀ 'ਚ ਵੀ ਅਸੀਂ ਬਚਨ ਪੜ੍ਹਦੇ ਹਾਂ ਕਿ ਤੂੰ ਸਾਰਾ ਕੁਛ ਹੀ ਕਰਦਾ, ਤੂੰ ਕੀੜਿਆਂ ਨੂੰ ਪਾਤਸ਼ਾਹੀਆਂ ਵੀ ਦੇਣਾ ਤੇ ਤੂੰ ਪਾਤਸ਼ਾਹੀਆਂ ਨੂੰ, ਜਿਵੇਂ ਅਸੀਂ ਬਾਣੀ ਅੰਦਰ ਆਸਾ ਕੀ ਵਾਰ ਅੰਦਰ ਇੱਕ ਬਚਨ ਪੜ੍ਹਦੇ ਹਾਂ ਕਿ ਘਾਹੋ ਖਾਣ ਤੇ ਨਾ ਮਾਸ ਖਵਾਲੇ। ਜਿਹੜੇ ਘਾਹ ਖਾਣ ਵਾਲੇ ਨੇ ਉਹਨਾਂ ਨੂੰ ਇੱਕ ਛਿਣ ਦੇ ਵਿੱਚ ਤੂੰ ਮਾਸ ਖਵਾ ਸਕਦਾ। ਇਹ ਹੋ ਸਕਦਾ ਹੈ ਕਿ ਆਪਾਂ ਇਸ ਗੱਲ ਨੂੰ ਸ਼ਾਇਦ ਮੰਨਣ ਵਾਸਤੇ ਤਿਆਰ ਨਾ ਹੋਈਏ, ਪਰ ਪੜ੍ਹਿਆ ਲਿਖਿਆ ਵਰਗ ਅੱਜ ਕੱਲ੍ਹ, ਸ਼ਾਇਦ ਤੁਸੀਂ ਕਦੀ ਨੈੱਟ 'ਤੇ ਵਿਕੀਪੀਡੀਆ 'ਤੇ ਪਾ ਕੇ ਦੇਖੋਗੇ ਜਾਂ ਹੋਰ ਥਾਂ 'ਤੇ, ਗਾਵਾਂ ਮਾਸ ਖਾਂਦੀਆਂ ਆਪਣੇ ਅੱਖੀ ਅਸੀਂ ਵੇਖੀਆਂ ਵੀਡੀਓ, ਬਹੁਤ ਕੁਛ ਬਿਲਕੁਲ ਸੱਚਾਈ ਹੈ। ਜਿੱਥੇ ਉਹ ਖੁਦ ਇਹ ਗੱਲ ਕਹਿ ਰਹੇ ਨੇ ਵੀ ਇਹ ਕੁਦਰਤ ਦਾ ਕਹਿਰ ਕਹਿ ਲਈਏ ਜਾਂ ਕੁਦਰਤੀ ਕਰਾਮਾਤ ਕਹਿ ਲਈਏ ਕਿ ਗਾਵਾਂ ਵੀ ਕੁੱਕੜਾਂ ਦੀਆਂ ਧੌਣਾਂ ਮੂੰਹ ਵਿੱਚ ਪਾ ਕੇ ਚੱਬਦੀਆਂ ਪਈਆਂ ਨੇ। ਸੋ ਇਸ ਲਈ ਸਾਹਿਬ ਪਾਤਸ਼ਾਹ ਕਹਿੰਦੇ ਤੇਰੀ ਖੇਡ ਹੈ, ਤੂੰ ਛਿਨ ਮਾਤਰ ਦੇ ਅੰਦਰ ਕੁਛ ਵੀ ਜਿਹੜਾ ਉਹ ਕਰ ਸਕਦਾ, ਤੂੰ ਕਾਹੋ ਖਾਣ ਤੇ ਨਾ ਮਾਸ ਖਵਾਲੇ ਵਾਲੀ ਖੇਡ ਜਿਹੜੀ ਹੈ ਉਹ ਵਰਤਾ ਸਕਦਾ। ਪਰ ਕਦੋਂ? ਜਦੋਂ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ। ਤੂੰ ਕਰਤਾਰ ਕਰਹਿ ਸੋ ਹੋਏ, ਜੋ ਤੂੰ ਕਰਨਾ ਚਾਹਵੇਂ ਉਹ ਛਿਨ ਮਾਤਰ ਦੇ ਅੰਦਰ ਹੋ ਜਾਂਦਾ ਹੈ, ਸੋ ਹੋਏ। ਕਿਸ ਤਰ੍ਹਾਂ ਹੈ ਤੂੰ? ਭਗਤ ਨਾਮਦੇਵ ਜੀ ਦੇ ਜੀਵਨ 'ਚ ਇੱਕ ਘਟਨਾ ਆਪਾਂ ਪੜ੍ਹ ਲਈਏ ਤਾਂ ਵੀ ਜੋ ਤੂੰ ਕਰੈ, ਜੋ ਤੂੰ ਕਰਦਾ ਹੈ। ਦੇਖੋ ਭਗਤ ਨਾਮਦੇਵ ਜੀ ਬੰਦਗੀ ਇਬਾਦਤ ਦੇ ਵਿੱਚ ਬੈਠੇ ਨੇ ਤੇ ਉੱਥੇ ਹੀ ਸੁਭਾਵਕ ਕੋਈ ਸੰਸਾਰੀ ਪੁਰਖ ਜਿਹੜਾ ਉਹ ਸੰਸਾਰ ਤੋਂ ਚੜ੍ਹਾਈ ਕਰ ਗਿਆ, ਉਹਦੀ ਮੌਤ ਹੋ ਗਈ, ਉਹਦੀ ਅਰਥੀ ਲੈ ਕੇ ਜਾ ਰਹੇ ਨੇ ਤੇ ਭਗਤ ਨਾਮਦੇਵ ਜੀ ਦੇ ਕੋਲ ਦੀ ਥੋੜ੍ਹੀ ਦੂਰੀ ਤੋਂ ਲੰਘਦੇ ਨੇ ਤੇ ਉਸ ਬੰਦੇ ਦੇ ਘਰ ਵਾਲੀ ਜਿਹੜੀ ਸੀ ਉਹ ਨਾਲ ਸਤੀ ਹੋਣੀ ਸੀ ਤੇ ਇੱਕ ਬੀਬੀ ਉਹਨੂੰ ਕਹਿੰਦੀ ਵੀ ਇੰਜ ਕਰ ਧੀਏ, ਇਹਨਾਂ ਲੋਕਾਂ ਨੇ, ਜਲਾਦਾਂ ਨੇ ਸਾੜ ਤੇ ਤੈਨੂੰ ਦੇਣਾ ਹੀ ਹੈ ਤੇਰੇ ਪਤੀ ਦੇ ਨਾਲ, ਜਾਂ ਇੰਜ ਕਰ, ਨਾਮਦੇਵ ਬੜਾ ਪੁੱਜਿਆ ਹੋਇਆ ਰੱਬ ਦਾ ਭਗਤ ਹੈ, ਮਰਨ ਤੋਂ ਪਹਿਲਾਂ ਪਹਿਲਾਂ ਇਸ ਭਗਤ ਦੇ ਦਰਸ਼ਨ ਕਰ ਲਾ, ਤੇਰਾ ਪਰਲੋਕ ਸੌਰ ਜਾਏਗਾ, ਕਿਉਂਕਿ ਜਾਂਦਿਆਂ ਜਾਂਦਿਆਂ ਆਖਰ ਤੇ ਤੈਨੂੰ ਇਹਨਾਂ ਸਾੜਨਾ। ਜ਼ਿੰਦਗੀ 'ਚ ਜੋ ਹੋਇਆ ਜੋ ਚੰਗਾ ਮੰਦਾ, ਪਰ ਜਾਂਦੀ ਵਾਰ ਭਗਤ ਦੀ ਅਸੀਸ ਲੈ ਲੈ, ਤੇਰਾ ਪਰਲੋਕ ਸੁਹੇਲਾ ਹੋ ਜਾਏਗਾ। ਉਹ ਆਈ, ਉਹਨੇ ਭਗਤ ਨਾਮਦੇਵ ਜੀ ਨੂੰ ਨਮਸਕਾਰ ਕੀਤੀ। ਜਦੋਂ ਨਾਮਦੇਵ ਜੀ ਨੂੰ ਨਮਸਕਾਰ ਕੀਤੀ ਤੇ ਉਹਨਾਂ ਦੀ ਰਸਨਾ ਤੋਂ ਬਚਨ ਨਿਕਲਿਆ, ਆ ਸੁਹਾਗਵੰਤੀ ਪੁੱਤਰ ਸੁਹਾਗਣ ਰਹੇ। ਤੇ ਉਹ ਹੈਰਾਨ ਹੋਈ ਵੀ ਮੇਰਾ ਪਤੀ ਤੇ ਸੰਸਾਰ ਤੋਂ ਕੂਚ ਕਰ ਗਿਆ, ਉਹਦੀ ਤੇ ਮੌਤ ਹੋ ਗਈ, ਪਰ ਭਗਤ ਮੈਨੂੰ ਸੁਹਾਗਣ ਦਾ ਬਚਨ ਕਹਿ ਰਿਹਾ। ਤੇ ਇਹ ਵੀ ਸੱਚ ਹੈ ਕਿ ਇੱਕ ਸਾਧ ਬਚਨ ਅਟਲਾਦਾ, ਇਸ ਭਗਤ ਦੇ ਬੋਲ ਜਿਹੜੇ ਨੇ ਕਦੀ ਝੂਠੇ ਨਹੀਂ ਹੁੰਦੇ। ਉਹ ਪਿਛਾਂ ਪਰਤਦੀ ਕੀ ਦੇਖਦੀ, ਉਹਦਾ ਪਤੀ ਜਿਹੜਾ ਉੱਠ ਕੇ ਬਹਿ ਗਿਆ। ਸਾਰੇ ਲੋਕ ਹੈਰਾਨ ਹੋ ਗਏ ਵੀ ਭਗਤ ਨੇ ਕੀ ਖੇਡ ਵਰਤਾ ਦਿੱਤੀ। ਭਗਤ ਦੀ ਰਸਨਾ ਤੋਂ ਨਿਕਲਿਆ ਬਚਨ ਛਿਣ ਦੇ ਅੰਦਰ ਹੋ ਗਿਆ। ਬਾਦਸ਼ਾਹ ਤੱਕ ਗੱਲ ਗਈ। ਕੁਦਰਤੀ ਤੌਰ 'ਤੇ ਇਤਿਹਾਸ ਕਹਿੰਦਾ ਉਸੇ ਸਮੇਂ ਕਿਤੇ ਬਾਦਸ਼ਾਹ ਦੀ ਗਾਂ ਮਰੀ। ਉਹ ਕਹਿੰਦਾ ਲਿਆਓ ਫਿਰ ਨਾਮਦੇਵ ਨੂੰ ਫੜ ਕੇ ਲਿਆਓ, ਜੇ ਨਾਮਦੇਵ ਮਰਿਆ ਨੂੰ ਜਿੰਦਾ ਕਰ ਸਕਦਾ ਤੇ ਮੇਰੀ ਗਾਂ ਜਿਹੜੀ ਹੈ ਇਹ ਜਿੰਦੀ ਕਰ ਦੇਵੇ। ਨਾਮਦੇਵ ਨੂੰ ਫੜਿਆ ਗਿਆ। ਮੈਂ ਇੱਥੇ ਕੇਵਲ ਜਿਹੜਾ ਜ਼ਿਕਰ ਕਰਨਾ, ਤੂੰ ਕਰਤਾਰ ਕਰਹਿ ਸੋ ਹੋਏ। ਨਾਮਦੇਵ ਜੀ ਆਏ ਤੇ ਬਾਦਸ਼ਾਹ ਕਹਿੰਦਾ ਵੀ ਨਾਮਦੇਵ ਮੈਂ ਤੇਰੇ ਬਾਰੇ ਸੁਣਿਆ, ਤੂੰ ਮਰਿਆਂ ਨੂੰ ਜਿੰਦਾ ਕਰਦਾ, ਆ ਮੇਰੀ ਗਾਂ ਹੈ ਇਹਨੂੰ ਜਿੰਦਾ ਕਰਕੇ ਦਿਖਾ। ਕਿਉਂਕਿ ਬਾਦਸ਼ਾਹ ਇੰਜ ਕਹਿ ਲਓ ਵੀ ਨਾਮਦੇਵ ਦਾ ਧਰਮ ਵੱਖਰਾ ਹੈ, ਬਾਦਸ਼ਾਹ ਇਸਲਾਮ ਨੂੰ ਮੰਨਣ ਵਾਲਾ ਹੈ। ਹਾਲਾਂਕਿ ਨਾਮਦੇਵ ਦਾ ਕੋਈ ਮੁੱਖ ਤੌਰ 'ਤੇ ਧਰਮ ਨਹੀਂ ਹੈ, ਪਰ ਠੀਕ ਹੈ ਬਾਦਸ਼ਾਹ ਦੀ ਨਿਗਾਹ ਦੇ ਵਿੱਚ ਉਹ ਇੱਕ ਹਿੰਦੂ ਹੈ। ਤਾਂ ਉੱਥੇ ਭਗਤ ਨਾਮਦੇਵ ਜੀ ਨੇ ਜਿਹੜਾ ਸ਼ਬਦ ਵਰਤਿਆ, ਬਾਦਸ਼ਾਹ ਇਹ ਗੱਲ ਸੱਚ ਹੈ, ਬਿਸਮਿਲ ਕਰੈ ਨਾ ਜੀਵੈ ਕੋਏ, ਵੀ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜੋ ਕਰਦਾ ਬਾਦਸ਼ਾਹ ਐਸੀ ਕਿਉਂ ਹੋਏ। ਬਾਦਸ਼ਾਹ ਇਸ ਤਰ੍ਹਾਂ ਨਹੀਂ ਹੋ ਸਕਦਾ। ਜੇ ਤੂੰ ਕਵੇਂ ਵੀ ਗਾਂ ਜਿੰਦੀ ਕਰ ਦੇ, ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ, ਕਿ ਇਹ ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ। ਜਿਹਨੂੰ ਰੱਬ ਨੇ ਮਾਰ ਦਿੱਤਾ ਉਹਨੂੰ ਅਸੀਂ ਜਿੰਦਾ ਨਹੀਂ ਕਰ ਸਕਦੇ। ਇਹ ਤੇ ਪਰਮੇਸ਼ਰ ਹੀ ਹੈ, ਚਾਹੇ ਤੇ ਕਰ ਸਕਦਾ, ਚਾਹੇ ਤੇ ਨਾ ਕਰੇ, ਇਹ ਤੇ ਉਹਦੀ ਖੇਡ ਹੈ। ਉਹ ਕਹਿੰਦਾ ਵੀ ਤੂੰ ਗਾਂ, ਉਹ ਮਰਿਆ ਜਿਹੜਾ ਬ੍ਰਾਹਮਣ ਸੀ ਉਹ ਜਿੰਦਾ ਕੀਤਾ। ਨਾਮਦੇਵ ਕਹਿੰਦਾ ਨਹੀਂ ਮੈਂ ਨਹੀਂ ਕੀਤਾ, ਇਹ ਤੇ ਪਰਮੇਸ਼ਰ ਨੇ ਖੇਡ ਵਰਤਾਈ, ਉਹਨੂੰ ਜਿੰਦਾ ਕਰ ਦਿੱਤਾ, ਪਰ ਨਾਮ ਮੇਰਾ ਲੱਗਾ ਹੈ। ਖੈਰ ਉਦੋਂ ਅੱਗੇ ਫਿਰ ਲੰਮੀ ਚੌੜੀ ਦਾਸਤਾਨ ਨਾਮਦੇਵ ਜੀ ਦੇ ਨਾਲ ਹੋਈ। ਪਕੜਿਆ ਗਿਆ, ਫਿਰ 7 ਘੜੀਆਂ ਦਾ ਸਮਾਂ ਦਿੱਤਾ ਗਿਆ। ਸਾਰਾ ਬਿਉਰਾ ਜਿਹੜਾ ਸੀ ਨਾਮਦੇਵ ਜੀ ਨੇ ਘਟਨਾ ਨੂੰ ਆਪਣੀ ਬਾਣੀ 'ਚ ਦਰਜ ਵੀ ਕੀਤਾ। ਜਲਾਦ ਕਹਿ ਰਿਹਾ ਨਾਮਦੇਵ 7 ਘੜੀਆਂ ਹੁਣ ਤੇ ਆ ਗਈਆਂ, ਅੱਧੀ ਕੁ ਘੜੀ ਜਿਹੜੀ ਉਹ ਬਾਕੀ ਰਹਿ ਗਈ, ਅਜ ਹੁਣਾ ਆਇਓ ਤੇਰੇ ਭਵਨ ਧਣੀ। ਨਾਮਦੇਵ ਜੀ ਕਹਿੰਦੇ 7 ਘੜੀ ਜਬ ਬੀਤੀ ਸੁਣੀ, ਅਜ ਹੁਣਾ ਆਇਓ ਤੇਰੇ ਭਵਨ ਧਣੀ। ਤੇ ਉਹ ਮੈਨੂੰ ਇਹ ਕਹਿ ਰਹੇ ਨੇ ਤੇਰੀਆਂ 7 ਘੜੀਆਂ ਬੀਤ ਗਈਆਂ, ਤੇਰਾ ਭਗਵਾਨ ਤੇ ਹਾਲੇ ਤੱਕ ਤੈਨੂੰ ਬਚਾਉਣ ਆਇਆ ਹੀ ਨਹੀਂ। ਪਰ ਅਖੀਰ
ਨਾਮਦੇਵ ਜੀ ਕਹਿੰਦੇ ਅਰਦਾਸ ਕੀਤੀ ਵੀ ਪਰਮੇਸ਼ਰ ਮੈਂ ਇਹ ਨਹੀਂ ਕਹਿੰਦਾ ਵੀ ਤੂੰ ਮੇਰੇ ਕਹਿਣ ਤੈਨੂੰ ਜਿੰਦਾ ਹੀ ਕਰ, ਪਰ ਤੇਰੀ ਖੇਡ ਹੈ, ਜਿਵੇਂ ਤੈਨੂੰ ਚੰਗਾ ਲੱਗੇ। ਮੈਂ ਮਰਨ ਤੋਂ ਨਹੀਂ ਡਰਦਾ, ਕਿਉਂਕਿ ਦੇਖੋ ਨਾਮਦੇਵ ਜੀ ਬਾਣੀ 'ਚ ਵੀ ਕਹਿੰਦੇ ਮੇਰੀ ਮਾਂ ਆਈ ਤੇ ਮਾਂ ਨੇ ਆ ਕੇ ਇਹ ਵੀ ਕਹਿ ਦਿੱਤਾ ਸੀ ਕਿ ਛੋੜ ਰਾਮ ਕਿ ਨਾ ਭਜਹਿ ਖੁਦਾਏ, ਕਿ ਨਾਮਦੇਵ ਜੇ ਇਹ ਲੋਕ ਤੈਨੂੰ ਕਹਿੰਦੇ ਤੂੰ ਮੁਸਲਮਾਨ ਬਣ ਜਾ ਤੇ ਤੂੰ ਖੁਦਾ ਕਹਿ ਲਾ, ਤੂੰ ਤੇ ਬੰਦਗੀ ਕਰਨੀ ਹੈ ਨਾ, ਤੂੰ ਰਾਮ ਰਾਮ ਜੂ ਕਹਿਣਾ, ਤੂੰ ਅੱਲਾ ਅੱਲਾ ਕਹਿ ਰਿਹਾ ਕਰ। ਮੈਂ ਕਈ ਵਾਰ ਤੈਨੂੰ ਵੇਖਿਆ ਤੂੰ ਚੌਂਕੜਾ ਮਾਰ ਕੇ ਅੱਲਾ ਅੱਲਾ ਵੀ ਕਹਿਣਾ। ਨਾਮਦੇਵ ਕਹਿੰਦਾ ਮੈਂ ਆਨੰਦ ਵਿੱਚ ਮਸਤੀ ਵਿੱਚ ਆ ਕੇ ਮੈਂ ਜੋ ਮਰਜ਼ੀ ਕਵਾਂ ਉਹ ਮੇਰੀ ਖੁਸ਼ੀ, ਪਰ ਜ਼ਬਰਦਸਤੀ ਕੋਈ ਮੈਨੂੰ ਕਵੇ ਤੂੰ ਅੱਲਾ ਕਹਿ ਮੈਂ ਕਦੀ ਨਹੀਂ ਕਵਾਂਗਾ। ਤੇ ਉਹ ਇੱਥੋਂ ਤੱਕ ਸ਼ਬਦ ਵਰਤ ਦਿੱਤੇ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਕਿ ਨਾ ਮੈਂ ਤੇਰਾ ਬੱਚਾ ਵਾਂ ਨਾ ਤੂੰ ਮੇਰੀ ਮਾਂ ਹੈ। ਅਸਲ ਵਿੱਚ ਦੇਖੋ ਸਿੱਖੀ ਨੂੰ ਕਮਾਉਣ ਦਾ ਤਰੀਕਾ ਵੀ ਨਾਮਦੇਵ ਨੇ ਸਾਨੂੰ ਉੱਥੇ ਦੱਸ ਦਿੱਤਾ ਕਿ ਜੇ ਤੁਹਾਨੂੰ ਪਰਮੇਸ਼ਰ ਦੇ ਰਾਹ ਤੋਂ ਕੋਈ ਤੋੜਦਾ ਹੈ ਤੇ ਕਹਿੰਦੇ ਦੁਨੀਆ ਦੀ ਗੱਲ ਛੱਡੋ, ਸਕੀ ਮਾਂ ਵੀ ਜੇ ਤੁਹਾਨੂੰ ਕਹਿੰਦੀ ਵੀ ਸਿੱਖੀ ਤੋਂ ਦੂਰ ਹੋ ਜਾ ਜਾਂ ਬਾਣੀ ਤੋਂ ਦੂਰ ਹੋ ਜਾ ਜਾਂ ਧਰਮ ਤੋਂ ਦੂਰ ਹੋ ਜਾ, ਤੇ ਨਾਮਦੇਵ ਕਹਿੰਦੇ ਮੈਂ ਮਾਂ ਨੂੰ ਵੀ ਖੁੱਲੇ ਸ਼ਬਦਾਂ 'ਚ ਕਹਿ ਦਿੱਤਾ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਕਿ ਜਿੰਨਾ ਚਿਰ ਪਿੰਡ ਪਰ ਹੈ ਤਾਂ ਉਹ ਹਰ ਗੁਣ ਗਾਏ, ਜਿੰਨਾ ਚਿਰ ਮੇਰਾ ਸਰੀਰ ਹੈ ਮੈਂ ਉਹਨਾਂ ਚਿਰ ਹਰੀ ਦੀ ਬੰਦਗੀ ਕਰਾਂਗਾ, ਮੈਂ ਇਬਾਦਤ ਕਰਾਂਗਾ, ਮੈਂ ਸਿਮਰਨ ਕਰਾਂਗਾ, ਮੈਂ ਕਿਸੇ ਦੇ ਆਖੇ ਵਿੱਚ ਨਹੀਂ ਤੁਰਾਂਗਾ। ਆਖਰ ਪਰਮੇਸ਼ਰ ਨੇ ਹੁਕਮ ਕੀਤਾ, ਗਰੁੜ ਚੜੇ ਗੋਬਿੰਦ ਆਏਲਾ, ਪਰਮੇਸ਼ਰ ਆਇਆ ਤੇ ਆ ਕੇ ਕਹਿੰਦੇ ਨਾਮਦੇਵ ਦੱਸ, ਕਹੇ ਤਾਂ ਧਰਨ ਇਕੋਡੀ ਕਰੋ, ਕਹੇ ਤਾਂ ਲੇਕ ਕਰ ਉਪਰ ਧਰੋ, ਤੂੰ ਇੱਕ ਵਾਰ ਹੁਕਮ ਕਰ ਮੈਂ ਧਰਤੀ ਪੁੱਠੀ ਕਰਦਾ, ਤੂੰ ਇੱਕ ਵਾਰ ਹੁਕਮ ਕਰ ਮੈਂ ਧਰਤੀ ਜਿਹੜੀ ਹੱਥ ਤੇ ਚੁੱਕ ਦੇਵਾਂ, ਤੂੰ ਜਿੱਦਾਂ ਕਹੇਂਗਾ ਮੈਂ ਉੱਦਾਂ ਕਰਨ ਵਾਸਤੇ ਤਿਆਰ ਹਾਂ, ਭਾਵ ਕਰੇ ਸੋ ਹੋਏ। ਪਰਮੇਸ਼ਰ ਐਡੀ ਸਮਰੱਥਾ ਦਾ ਮਾਲਕ ਹੈ। ਨਾਮਦੇਵ ਜੀ ਕਹਿੰਦੇ ਜੋ ਚਾਹਵੇ ਉਹ ਕਰ ਸਕਦਾ ਹੈ। ਉਹ ਖੁਦ ਮੈਨੂੰ ਆ ਕੇ ਕਹਿ ਰਿਹਾ, ਨਾਮਦੇਵ ਤੂੰ ਬੋਲ ਸਹੀ, ਕਹੇ ਤਾਂ ਧਰਨ ਇਕੋਡੀ ਕਰੋ, ਤੂੰ ਇੱਕ ਵਾਰ ਮੈਨੂੰ ਦੱਸ ਮੈਂ ਧਰਤੀ ਪੁੱਠੀ ਕਰਕੇ ਰੱਖ ਦੇਵਾਂਗਾ, ਉਹਦੇ 'ਚ ਇੰਨੀ ਸਮਰੱਥਾ ਹੈਗੀ ਹੈ। ਤਾਂ ਨਾਮਦੇਵ ਕਹਿੰਦੇ ਵੀ ਨਹੀਂ ਕੋਈ ਲੋੜ ਨਹੀਂ, ਜੇ ਤੇਰੀ ਇੱਛਾ ਹੈ ਤੂੰ ਤੇ ਮੋਈ ਗਊ ਜਿਹੜੀ ਇਹ ਜਿੰਦਾ ਕਰ ਦੇ। ਉਹ ਸਾਰੀ ਖੇਡ ਜਿਹੜੀ ਵਰਤਦੀ, ਭਾਵ ਸਾਰੀ ਘਟਨਾ ਸਾਨੂੰ ਵਾਰ-ਵਾਰ ਸਿਖਾਉਂਦੀ ਹੈ ਕਿ ਤੂੰ ਕਰਤਾਰ ਕਰਹਿ ਸੋ ਹੋਏ, ਤੂੰ ਕਰਤਾ ਪਰਮੇਸ਼ਰ ਹੈ, ਜੋ ਤੂੰ ਕਰਦਾ ਉਹ ਹੁੰਦਾ ਹੈ। ਤੇਰਾ ਜੋਰ ਤੇਰੀ ਮਨ ਟੇਕ, ਦਾਤਾ ਅਸਾਂ ਜੀਵਾਂ ਦੇ ਅੰਦਰ ਜ਼ੋਰ ਵੀ ਤੇਰਾ ਹੀ ਹੈ। ਜ਼ੋਰ ਦਾ ਅਰਥ ਇੱਕ ਤਾਂ ਸਰੀਰਕ ਬਲ ਦੀ ਆਪਾਂ ਗੱਲ ਕਰੀਏ, ਉਹਦੇ 'ਚ ਬੜਾ ਜ਼ੋਰ ਹੈ, ਉਹ ਚਾਹਵੇ ਤੇ ਆਹ ਚੁੱਕ ਲੈਂਦਾ, ਬੜਾ ਉਹਦੇ 'ਚ ਜ਼ੋਰ ਹੈ। ਇਹ ਜਿਹੜਾ ਅੰਦਰ ਦਾ ਜ਼ੋਰ ਹੈ ਇਹ ਵੀ ਪਰਮੇਸ਼ਰ ਦੀ ਉਸ ਦਿੱਤੀ ਹੋਈ ਚੇਤਨ ਸ਼ਕਤੀ ਦੇ ਨਾਲ ਹੈ। ਕਿਉਂਕਿ ਦੇਖੋ ਮੈਂ ਕਈ ਦਫਾ ਜ਼ਿਕਰ ਕਰਦਾ, ਜਿਹੜਾ ਬੰਦਾ 100-100 ਕੁਇੰਟਲ ਭਾਰ ਚੁੱਕ ਲੈਂਦਾ ਹੈ, ਜਦੋਂ ਉਹਦੀ ਡੈਥ ਹੋ ਜਾਂਦੀ, ਇਹਨਾਂ ਪਲਕਾਂ ਦਾ ਕਿੰਨਾ ਕੁ ਭਾਰ ਹੈ ਕਿਤੇ, ਮਹਿਜ ਮੈਂ ਕਹਿੰਦਾ ਵੀ 1-2 ਗ੍ਰਾਮ ਵੀ ਸਾਡੀਆਂ ਅੱਖਾਂ ਦੀਆਂ ਪਲਕਾਂ ਦਾ ਭਾਰ ਨਹੀਂ ਹੋਏਗਾ। ਜਿਹੜਾ ਬੰਦਾ 100 ਕਿਲੋ ਭਾਰ ਚੁੱਕ ਸਕਦਾ ਹੈ, ਜੇ ਮੌਤ ਹੋ ਜਾਵੇ ਤਾਂ ਉਹ ਆਪਣੀਆਂ ਪਲਕਾਂ ਨਹੀਂ ਖੋਲ੍ਹ ਸਕਦਾ ਗਿਆ। ਇੰਨਾ ਵੀ ਉਹਦੇ ਅੰਦਰ ਜ਼ੋਰ ਨਹੀਂ ਕਿ ਆਪਣੀਆਂ ਅੱਖਾਂ ਨੂੰ ਖੋਲ੍ਹ ਕੇ ਬੰਦ ਕਰ ਸਕੇ, ਇੰਨਾ ਵੀ ਜ਼ੋਰ ਨਹੀਂ ਵੀ ਜਿਸ ਪੋਜੀਸ਼ਨ ਦੇ ਵਿੱਚ ਡਿੱਗਾ ਪਿਆ ਸਿੱਧਾ ਹੀ ਹੋ ਜਾਵੇ, ਕੋਈ ਜ਼ੋਰ ਨਹੀਂ ਰਹਿ ਜਾਂਦਾ। ਇਹਦਾ ਮਤਲਬ ਤੇਰੇ ਸਰੀਰ 'ਚ ਜਿਹੜਾ ਬਲ ਹੈ ਇਹ ਬਲ ਵੀ ਪਰਮੇਸ਼ਰ ਦਾ। ਤਾਂ ਸਾਹਿਬ ਕਹਿੰਦੇ ਤੇਰਾ ਜ਼ੋਰ ਤੇਰੀ ਮਨ ਟੇਕ। ਦਾਤਾ ਜਦੋਂ ਪਤਾ ਲੱਗ ਗਿਆ ਵੀ ਤੂੰ ਹੀ ਕਰਨ ਕਾਰਨ ਸਮਰੱਥ ਹੈ ਸਾਡੇ ਜੀਵਾਂ ਅੰਦਰ, ਫਿਰ ਤੇਰਾ ਹੀ ਜ਼ੋਰ, ਤੇਰਾ ਹੀ ਇਸ ਮਨ ਨੂੰ ਆਧਾਰ ਅਸੀਂ ਬਣਾਇਆ, ਤੇਰੀ ਹੀ ਜੀਵਨ ਵਿੱਚ ਟੇਕ ਪਕੜੀ ਹੋਈ, ਜੋ ਇਹਦਾ ਅਰਥ ਹੈ ਕਿ ਅਸੀਂ ਜੀਵਾਂ ਨੇ ਤੇਰੇ ਆਸਰਿਤ ਹੋ ਗਏ ਤੇ ਇਸ ਮਨ ਨੂੰ ਹੁਣ ਤੇਰਾ ਹੀ ਆਸਰਾ ਹੈ। ਸਦਾ ਸਦਾ ਜਪ ਨਾਨਕ ਏਕ ਐ ਜੀਵ, ਇਸ ਤਰ੍ਹਾਂ ਅਰਦਾਸਾਂ ਕਰਿਆ ਕਰ ਤੇ ਸਦਾ ਸਦਾ ਉਸ ਇੱਕ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਜਪਿਆ ਕਰ, ਉਸ ਇੱਕ ਦੇ ਨਾਲ ਜੁੜ, ਕਿਉਂਕਿ ਇੱਕ ਹੀ ਤੇਰੇ ਜੀਵਨ ਦਾ ਆਧਾਰ ਹੈ। ਇੱਕ ਤੋਂ ਬਿਨਾਂ ਤੂੰ ਜ਼ਿੰਦਗੀ ਦੇ ਅੰਦਰ ਕੁਝ ਵੀ ਨਹੀਂ। ਇਹ ਚੇਤਨ ਸੱਤਿਆ ਉਹ ਇੱਕ ਦੀ ਦਿੱਤੀ ਹੋਈ, ਅੱਖਾਂ ਵੇਂਦੀਆਂ ਨੇ ਉਸ ਇੱਕ ਦੀ ਦਿੱਤੀ ਜੋਤ ਦੇ ਨਾਲ। ਇਹ ਜੋ ਵੀ ਦ੍ਰਿਸ਼ਟ ਅਦ੍ਰਿਸ਼ਟ ਸੰਸਾਰ ਦੇ ਅੰਦਰ ਹੋ ਰਿਹਾ ਹੈ, ਤਾਂ ਸਹਿਬ ਪਾਤਸ਼ਾਹ ਕਹਿੰਦੇ ਉਸ ਇੱਕ ਦੀ ਕਿਰਪਾ ਨਾਲ ਤੂੰ ਇੰਜ ਕਰ, ਸਦਾ ਸਦਾ ਜਪ ਨਾਨਕ ਏਕ, ਤੂੰ ਉਸ ਇੱਕ ਨੂੰ ਸਦਾ ਜਪਿਆ ਕਰ। ਇਸ ਤਰ੍ਹਾਂ ਜਪਿਆ ਕਰ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਕਾਈਐ। ਤੂੰ ਇਸ ਤਰ੍ਹਾਂ ਜਪਿਆ ਕਰ, ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੈ ਢੀਲਾ, ਕਿ ਦਿਨ ਰਾਤ ਉਹਨੂੰ ਆਰਾਧਿਆ ਕਰ। ਦੇਖੋ ਇਹ ਵੀ ਕਮਾਲ ਦੀ ਗੱਲ, ਬੰਦੇ ਕੋਲ ਹਰ ਕੰਮ ਲਈ ਸਮਾਂ ਹੈਗਾ, ਹਰ ਕੰਮ ਦੇ ਵਾਸਤੇ ਜੋ ਮਰਜ਼ੀ ਇਹਦੇ ਤੋਂ ਕਰਾ ਲਓ, ਪਰ ਜੇ ਨਹੀਂ ਸਮਾਂ ਹੈਗਾ ਤੇ ਕਹੇਗਾ ਮੇਰੇ ਕੋਲ ਬੰਦਗੀ ਕਰਨ ਲਈ ਸਮਾਂ ਨਹੀਂ, ਮੇਰੇ ਕੋਲ ਬਾਣੀ ਪੜ੍ਹਨ ਲਈ ਸਮਾਂ ਨਹੀਂ, ਸਿਮਰਨ ਕਰਨ ਲਈ ਸਮਾਂ ਨਹੀਂ, ਬਾਕੀ ਹਰ ਚੀਜ਼ ਲਈ ਸਮਾਂ। ਤਾਂ ਸਭ ਕਹਿੰਦੇ ਨੇ ਤੈਨੂੰ ਹਲੂਣਾ ਹੈ ਉਸ ਪਰਮੇਸ਼ਰ ਦੇ ਨਾਲ ਜੁੜ, ਤਾਂ ਉਹਨੂੰ ਸਦਾ ਆਪਣੇ ਮਨ ਦੇ ਵਿੱਚ ਇੱਕ ਨੂੰ ਧਿਆ, ਸਭ ਉਪਰ ਪਾਰ ਬ੍ਰਹਮ ਦਾਤਾਰ, ਇੰਜ ਅਰਦਾਸ ਕਰਿਆ ਕਰ।
ਭਾਵ ਗੁਰੂ ਅਰਜਨ ਦੇਵ ਮਹਾਰਾਜ ਦੱਸ ਰਹੇ ਨੇ ਕਿ ਅਸੀਂ ਕਿਹਦੇ ਨਾਲ ਜੁੜੇ ਹੋਏ ਹਾਂ। ਤੂੰ ਵੀ ਉਹਦੇ ਨਾਲ ਜੁੜ ਜਿਹੜਾ ਸਾਰਿਆਂ ਤੋਂ ਉੱਪਰ ਹੈ। ਇੱਕ ਉੱਪਰ ਦਾ ਅਰਥ ਵੈਸੇ ਵੀ ਅਸੀਂ ਕਰਦੇ ਹਾਂ ਤਾਂ ਜਦੋਂ ਕਿਤੇ ਰੱਬ ਦੀ ਗੱਲ ਆਉਂਦੀ ਬੰਦਾ ਆਸਮਾਨ ਵੱਲ ਨੂੰ ਵੇਂਦਾ। ਕਦੀ ਐਸਾ ਨਹੀਂ ਹੋਇਆ ਜੇ ਪਰਮਾਤਮਾ ਦੀ ਗੱਲ ਕਰਨੀ ਆਪਾਂ ਕਹਿੰਦੇ ਉੱਪਰ ਵਾਲਾ ਵੇਂਦਾ। ਕਦੀ ਇਹ ਨਹੀਂ ਕਿਹਾ ਥੱਲੇ ਵਾਲਾ ਵੇਂਦਾ, ਕਦੀ ਇਹ ਨਹੀਂ ਕਿਹਾ ਸੱਜੇ ਪਾਸੇ ਵਾਲਾ ਵੇਂਦਾ, ਖੱਬੇ ਪਾਸੇ ਵਾਲਾ ਵੇਂਦਾ। ਈਵਨ ਇੱਥੋਂ ਤੱਕ ਜਦੋਂ ਧਰਮਾਂ ਨੇ ਇਹ ਕਿਹਾ ਵੀ ਪੱਛਮ ਅਲਹ ਮੁਕਾਮਾ, ਵੀ ਪੱਛਮ ਵਾਲੇ ਪਾਸੇ ਖੁਦਾ ਦਾ ਘਰ ਹੈ, ਮੱਕਾ ਪੱਛਮ ਵਾਲੇ ਪਾਸੇ। ਪਰ ਜਦੋਂ ਵੀ ਮੁਸਲਮਾਨ ਕਿਤੇ ਗੱਲ ਕਰੇਗਾ ਉਹ ਇਹ ਨਹੀਂ ਕਹੇਗਾ ਪੱਛਮ ਵਾਲੇ ਪਾਸੇ ਉਹ ਵੇਂਦਾ, ਉਹ ਵੀ ਤਾਂ ਨੂੰ ਹੱਥ ਕਰਕੇ ਕਹੇਗਾ ਉੱਤੇ ਖੁਦਾ ਵੇਂਦਾ। ਇਹਦਾ ਮਤਲਬ ਬਾਹਰੀ ਤੌਰ 'ਤੇ ਅਸੀਂ ਉਹਨੂੰ ਭਾਵੇਂ ਉੱਪਰ ਉਹਦਾ ਘਰ ਹੈਗਾ ਜਾਂ ਨਹੀਂ ਹੈਗਾ ਉਹ ਬਾਅਦ ਦੀ ਗੱਲ ਹੈ। ਹਾਲਾਂਕਿ ਇਹਦੇ ਤੋਂ ਕੁਝ ਲੋਕ ਮੁਨਕਰ ਨੇ, ਅਸੀਂ ਮੁਨਕਰ ਨਹੀਂ, ਕਿਉਂਕਿ ਸਾਡਾ ਗੁਰੂ ਸਾਨੂੰ ਕਹਿ ਰਿਹਾ ਵੀ ਸੱਚਖੰਡ ਵਸੈ ਨਿਰੰਕਾਰ, ਉਹਦਾ ਕੋਈ ਘਰ ਹੈਗਾ ਉੱਤੇ। ਠੀਕ ਹੈ, ਉਹ ਜਿੰਨੇ ਵੇਖਿਆ ਉਹ ਕਹਿ ਰਿਹਾ, ਜਿੰਨੇ ਨਹੀਂ ਵੇਖਿਆ ਉਹ ਕਹੇਗਾ ਨਹੀਂ ਹੈਗਾ, ਉਹ ਵੱਖਰੀ ਗੱਲ ਹੈ। ਸਾਹਿਬ ਕਹਿੰਦੇ ਸਭ ਉੱਪਰ, ਇੱਕ ਤਾਂ ਮੈਂ ਇਹ ਅਰਥ 'ਚ ਕਰਾਂ। ਦੂਜਾ, ਉੱਪਰ ਅਸੀਂ ਕਿਹਨੂੰ ਕਹਿੰਦੇ? ਜਿਹਦਾ ਹੁਕਮ ਚੱਲਦਾ ਹੋਵੇ। ਭਾਈ ਇਹ ਸਾਰਿਆਂ ਤੋਂ ਉੱਤੇ ਹੈ। ਕਿਤੇ ਕੋਈ ਤੁਰਿਆ ਜਾਂਦਾ ਹੋਵੇ ਤੇ ਚਾਰ ਲੋਕ ਉਹਦੇ ਆਸੇ ਪਾਸੇ ਹੁਣ ਆਪਾਂ ਪੁੱਛ ਲਏ ਵੀ ਇਹ ਕੌਣ ਹੈ, ਆਪਾਂ ਕਹਿੰਦੇ ਵੀ ਆਹ ਜਿਹੜਾ ਸਾਰਾ ਪ੍ਰਬੰਧ ਹੈਗਾ, ਜਿਹੜੀ ਕੰਪਨੀ ਚੱਲਦੀ ਜਾਂ ਆਹ ਫੈਕਟਰੀ ਹੈ, ਇਹ ਸਾਰਿਆਂ ਤੋਂ ਉੱਤੇ ਆ। ਬਾਕੀ ਸਾਰੇ ਵਰਕਰ ਜਿਹੜੇ ਨੇ ਇਹਦੇ ਥੱਲੇ। ਉੱਤੇ ਦਾ ਮਤਲਬ ਕੀ ਕਿ ਇਹ ਸਾਰਿਆਂ ਦੇ ਉੱਤੇ ਕੁਰਸੀ ਢਾਹ ਕੇ ਬਹਿੰਦਾ ਕਿ ਸਾਰੇ ਬੰਦੇ ਥੱਲੇ ਬੈਠੇ ਹੁੰਦੇ ਨੇ, ਇਹ ਉੱਚੇ ਥਾਂ ਤੇ ਬਹਿੰਦਾ? ਨਹੀਂ ਜੀ, ਇਹਦਾ ਹੁਕਮ ਚੱਲਦਾ ਸਾਰਿਆਂ ਦੇ ਉੱਤੇ। ਜੋ ਕਵੇਗਾ ਉਹ ਹੋਏਗਾ, ਇਹ ਜਿਹਨੂੰ ਕਹਿ ਦੇਵੇਗਾ ਉਹਨੂੰ ਉੱਥੇ ਲੱਗਣਾ ਪਵੇਗਾ। ਇਸ ਤਰ੍ਹਾਂ ਪਰਮੇਸ਼ਰ ਦਾ ਹੁਕਮ ਜਿਹੜਾ ਸਾਰਿਆਂ ਉੱਤੇ ਚੱਲਦਾ ਹੈ, ਉਹ ਹੁਕਮ ਰੂਪ ਦੇ ਅੰਦਰ ਸਭ ਉੱਪਰ, ਸਾਰਿਆਂ ਤੋਂ ਉੱਤੇ ਉਹਦਾ ਹੁਕਮ ਸਾਰਿਆਂ 'ਤੇ ਚੱਲਦਾ ਹੈ। ਉਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ। ਜਿਵੇਂ ਇੱਕ ਕੰਪਨੀ ਦੇ ਵਿੱਚ ਬੜੇ EMPLOYEE ਹੁੰਦੇ ਨੇ, ਕਿਸੇ ਦਾ ਹੁਕਮ ਕਿਸੇ 'ਤੇ ਚੱਲਦਾ, ਕਿਸੇ ਦਾ ਕਿਸੇ 'ਤੇ, ਪਰ ਸਾਰਿਆਂ ਤੋਂ ਉੱਤੇ ਮਾਲਕ ਹੁੰਦਾ। ਮਾਲਕ ਨੂੰ ਕੰਪਨੀ ਦੇ ਵਿੱਚ ਕਿੱਡਾ ਵੀ ਅਹੁਦੇਦਾਰ ਹੋਵੇ ਉਹ ਮਾਲਕ ਨੂੰ ਹੁਕਮ ਨਹੀਂ ਕਰ ਸਕਦਾ ਹੁੰਦਾ। ਇਸ ਤਰ੍ਹਾਂ ਇਹ ਸ੍ਰਿਸ਼ਟੀ ਹੈ, ਇਹ ਸਾਰੇ ਪਰਪੰਚ ਅੰਦਰ ਗਰੀਬ ਉੱਤੇ ਅਮੀਰ ਦਾ ਹੁਕਮ ਚੱਲਦਾ ਹੈ, ਅਮੀਰ ਉੱਤੇ ਹੋਰ ਅਮੀਰ ਦਾ ਹੁਕਮ ਚੱਲਦਾ ਹੈ, ਉਹਦੇ ਉੱਤੇ ਕਿਸੇ ਆਫੀਸਰ ਦਾ ਚੱਲਦਾ, ਉਹਦੇ 'ਤੇ ਹੋਰ ਉੱਪਰਲਿਆਂ ਦਾ ਚੱਲਦਾ ਹੈ। ਪਰ ਪਰਮੇਸ਼ਰ ਹੁਕਮ ਰੂਪ ਦੇ ਅੰਦਰ ਸਾਰਿਆਂ ਤੋਂ ਉੱਤੇ ਹੈ, ਉਹਦੇ 'ਤੇ ਕਿਸੇ ਦਾ ਹੁਕਮ ਜਿਹੜਾ ਉਹ ਨਹੀਂ ਚੱਲ ਸਕਦਾ। ਸਾਹਿਬ ਬਾਣੀ ਅੰਦਰ ਇੱਕ ਬਚਨ ਕਹਿੰਦੇ ਨੇ ਇਸ ਸ੍ਰਿਸ਼ਟੀ ਦੇ ਪਰਥਾਏ ਕਿ ਜਦੋਂ ਸ੍ਰਿਸ਼ਟੀ ਨੂੰ ਸਾਜਦਾ ਹੈ ਉਹ ਆਪਣੇ ਹੁਕਮ ਨਾਲ ਸਾਜਦਾ ਹੈ, ਕੋਈ ਉਹਨੂੰ ਹੁਕਮ ਨਹੀਂ ਕਰ ਸਕਦਾ ਵੀ ਰੱਬਾ ਤੂੰ ਧਰਤੀ ਬਣਾ ਦੇ। ਅਤੇ ਜਦੋਂ ਉਹ ਢਾਉਂਦਾ ਹੈ ਉਹ ਆਪਣੀ ਮਰਜ਼ੀ ਨਾਲ ਢਾ ਦਿੰਦਾ। ਕਦੀ ਕੋਈ ਹੁਕਮ ਨਹੀਂ ਕਰ ਸਕਦਾ ਕਿ ਪਰਮੇਸ਼ਰ ਜੀ ਤੁਸੀਂ ਇਸ ਸ੍ਰਿਸ਼ਟੀ ਨੂੰ ਖਤਮ ਕਰ ਦਿਓ, ਅਸੀਂ ਬੜੇ ਦੁਖੀ ਆ। ਜਾਂ ਕੋਈ ਹੁਕਮ ਕਰਕੇ ਇਹ ਨਹੀਂ ਕਹਿ ਸਕਦਾ, ਜਾਂ ਕੋਈ ਸਲਾਹ ਨਹੀਂ ਦੇ ਸਕਦਾ। ਹਜ਼ੂਰ ਬਾਣੀ 'ਚ ਇੱਕ ਬਚਨ ਕਹਿੰਦੇ ਬੀਓ ਪੂਛ ਨਾ ਮਸਲਤ ਧਰੈ। ਉਹ ਇੰਨਾ ਕੁ ਉੱਪਰ ਹੈ ਕਿ ਉਹ ਕਿਸੇ ਦੀ ਸਲਾਹ ਨਾਲ ਕਦੀ ਕੰਮ ਨਹੀਂ ਕਰਦਾ ਵੀ ਮੈਂ ਆਹ ਕਰਨ ਲੱਗਾ, ਮੈਨੂੰ ਚਾਰ ਬੰਦੇ ਸਲਾਹ ਦਿਓ ਵੀ ਮੈਂ ਕਰ ਲਾਂ ਜਾਂ ਨਾ ਕਰ ਲਾਂ। ਇੱਥੋਂ ਤੱਕ ਸਾਹਿਬ ਦੀ ਬਾਣੀ ਅੰਦਰ ਇੱਕ ਬਚਨ ਆਉਂਦਾ ਹੈ ਕਿ ਪੁੱਛ ਨਾ ਸਾਜੈ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਕਿ ਉਹ ਸ੍ਰਿਸ਼ਟੀ ਨੂੰ ਨਾ ਸਾਜਣ ਲੱਗਾ ਕਿਸੇ ਨੂੰ ਪੁੱਛਦਾ ਹੈ, ਨਾ ਉਹ ਢਾਉਣ ਲੱਗਾ ਕਿਸੇ ਨੂੰ ਪੁੱਛਦਾ ਹੈ, ਨਾ ਉਹ ਕਿਸੇ ਨੂੰ ਪੈਦਾ ਕਰਨ ਲੱਗਾ ਕਿਸੇ ਨੂੰ ਪੁੱਛਦਾ ਹੈ ਵੀ ਮੈਂ ਤੁਹਾਡੇ ਘਰ ਵਿੱਚ ਧੀ ਪੁੱਤ ਪੈਦਾ ਕਰਦਾ, ਅਤੇ ਜਿੱਦਣ ਉਹ ਮਾਰਨ ਲੱਗਦਾ ਉਦਣ ਵੀ ਨਹੀਂ ਪੁੱਛਦਾ ਹੁੰਦਾ ਮੈਂ ਫਲਾਣੇ ਸੇ ਉਹਨੂੰ ਲੈ ਜਾ ਕੇ ਨਾਲ ਜਾਵਾਂ। ਇਸ ਕਰਕੇ ਉਹ ਸੁਤੰਤਰ ਹੈ, ਉਹਦਾ ਹੁਕਮ ਚੱਲਦਾ। ਤਾਂ ਸਾਹਿਬ ਕਹਿੰਦੇ ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਉਹ ਸਾਰਿਆਂ ਤੋਂ ਉੱਪਰ ਹੈ। ਤੇਰੀ ਟੇਕ ਤੇਰਾ ਆਧਾਰ। ਇਸ ਕਰਕੇ ਇਹ ਸਾਹਿਬ ਜੀ ਸਾਨੂੰ ਜੀਵਾਂ ਨੂੰ ਜ਼ਿੰਦਗੀ ਵਿੱਚ ਤੇਰੀ ਹੀ ਟੇਕ ਹੈ, ਤੇਰਾ ਹੀ ਆਸਰਾ ਹੈ ਅਤੇ ਤੇਰਾ ਹੀ ਆਧਾਰ ਜਿਹੜਾ ਉਹ ਸਾਡਾ ਜੀਵਨ ਹੈ। ਸਾਡੇ ਜੀਵਨ ਅੰਦਰ ਤੇਰਾ ਹੀ ਸਾਨੂੰ ਆਧਾਰ ਹੈ। ਇੱਕ ਹੁੰਦੀ ਬਾਹਰੋਂ ਟੇਕ। ਟੇਕ ਸ਼ਬਦ ਆਪਾਂ ਸਮਝਦੇ ਕਈ ਵਾਰ ਪਿੰਡਾਂ ਵਿੱਚ ਕੋਈ ਚੀਜ਼, ਕੋਈ ਦੀਵਾਰ ਡਿੱਗਦੀ ਹੋਵੇ ਜਾਂ ਕੋਈ ਬੱਲੀ ਖੜੀ ਕਰਨੀ ਹੋਵੇ, ਆਪਾਂ ਕਹਿੰਦੇ ਉਹਨਾਂ ਨੂੰ ਟੇਕ ਲਾ ਦਿਓ। ਕਈ ਇਲਾਕਿਆਂ ਦੇ ਵਿੱਚ ਓਟ ਸ਼ਬਦ ਵੀ ਵਰਤਿਆ ਜਾਂਦਾ, ਇਹਨੂੰ ਓਟ ਦੇ ਦਿਓ ਥੋੜ੍ਹੀ ਜਿਹੀ। ਸਾਹਿਬ ਬਾਣੀ ਅੰਦਰ ਦੋਵਾਂ ਅਰਥਾਂ 'ਚ ਇੱਕ ਗੱਲ ਕਰਦੇ, ਓਟ ਗਹੀ ਮੈਂ ਤੇਰੀ। ਓਟ ਦਾ ਅਰਥ ਵੀ ਆਸਰਾ ਹੁੰਦਾ। ਜਦੋਂ ਅਸੀਂ ਬਚਨ ਪੜ੍ਹਦੇ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਉੱਥੇ ਓਟ ਦਾ ਅਰਥ ਵੀ ਆਸਰਾ ਹੈ। ਫਿਰ ਅਸੀਂ ਟੇਕ ਸ਼ਬਦ ਵੀ ਕਹਿੰਦੇ ਹੁੰਦੇ, ਇਹਨੂੰ ਥੋੜ੍ਹੀ ਜਿਹੀ ਟੇਕ ਲਾ ਦਿਓ, ਇਸ ਕੰਧ ਨੂੰ, ਆਹ ਬੱਲੀ ਨੂੰ ਟੇਕ ਲਾ ਦਿਓ, ਆਹ ਚੀਜ਼ ਨੂੰ ਟੇਕ ਲਾ ਦਿਓ। ਤਾਂ ਦਾਤਾ ਜੀ ਇਸ ਤਰ੍ਹਾਂ ਸਾਨੂੰ ਡਿੱਗਦਿਆਂ ਹੋਇਆਂ ਨੂੰ ਤੇਰੀ ਟੇਕ ਹੈ। ਨਹੀਂ ਤਾਂ ਅਸੀਂ ਤਾਂ ਪਤਾ ਨਹੀਂ ਕਦੋਂ ਦੇ ਡਿੱਗ ਪੈਂਦੇ, ਕਿੱਥੇ ਕਿੱਥੇ ਅਸੀਂ ਡਿੱਗ ਪੈਂਦੇ, ਅਤੇ ਤੂੰ ਹੈ ਜਿਹੜਾ ਸਾਨੂੰ ਬਚਾ ਕੇ ਬੈਠਾ ਹੋਇਆ। ਕਦੀ ਇਸ ਗੱਲ 'ਤੇ ਹੰਕਾਰ ਨਾ ਕਰੀਏ ਵੀ ਜੇ ਜ਼ਿੰਦਗੀ ਦੇ ਅੰਦਰ ਸਾਡਾ ਕਰੈਕਟਰ ਉੱਚਾ ਹੈ, ਅਤੇ ਮਾਫ਼ ਕਰਿਓ ਮੇਰੇ ਸ਼ਬਦ ਨੂੰ, ਅਸੀਂ ਕਿਸੇ ਨੂੰ ਕਹੀਏ ਵੀ ਮੈਂ ਆਪਣੇ ਬਲ ਕਰਕੇ ਬੜਾ ਚੰਗਾ, ਮੇਰੇ 'ਚ ਸ਼ੁਭ ਗੁਣ ਬੜੇ ਸੀਗੇ, ਇਸ ਕਰਕੇ ਮੈਂ ਅੱਜ ਤੱਕ ਬਚਿਆ, ਮੇਰੀ ਸੰਗਤ ਚੰਗੀ ਸੀ ਜਾਂ ਮੇਰੇ 'ਚ ਆਹ ਗੁਣ ਸੀਗੇ ਮੈਂ ਤਾਂ ਬਚਿਆ। ਨਹੀਂ ਗੁਰਮੁਖਾ, ਰੱਬ ਚਾਹਵੇ
ਤੇ ਇੱਥੇ ਭਾਈ ਜੋਗਾ ਸਿੰਘ ਵਰਗਾ ਇੰਨਾ ਕਮਾਈ ਕਰਨ ਵਾਲਾ, ਜਿਹੜਾ ਲਾਵਾਂ ਨੂੰ ਵੀ ਵਿੱਚੇ ਛੱਡ ਕੇ ਆ ਗਿਆ, ਆਨੰਦ ਕਾਰਜ ਵੀ ਵਿੱਚੇ ਛੱਡ ਕੇ ਆ ਗਿਆ, ਜਦੋਂ ਡੋਲਣ ਤੇ ਆਇਆ ਤੇ ਉਹ ਵੀ ਵੇਸਵਾ ਦੀਆਂ ਪੌੜੀਆਂ ਅੱਗੇ ਖੜਾ ਹੋ ਗਿਆ ਸੀ ਜਾ ਕੇ। ਇਸ ਕਰਕੇ ਕਦੀ ਹੰਕਾਰ ਨਾ ਕਰ ਵੀ ਮੈਂ ਚੰਗਾ ਵਾਂ, ਮੈਂ ਆਪਣੇ ਬਲ ਕਰਕੇ ਚੰਗਾ ਵਾ, ਨਹੀਂ। ਹਜ਼ੂਰ ਦੀ ਬਾਣੀ 'ਚ ਇੱਕ ਵਚਨ ਆਉਂਦਾ ਭਗਤ ਸਾਹਿਬ ਜੀ ਦਾ, ਕਹਿੰਦੇ ਅਜਹੋਂ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਇੱਥੇ ਕੁਛ ਨਹੀਂ ਪਤਾ, ਅਖੀਰਲੇ ਸਾਹ ਤੱਕ ਵੀ ਕੋਈ ਵਾਸ਼ਨਾ ਗ੍ਰਸ ਹੋ ਸਕਦਾ ਹੈ। ਇੱਥੇ ਕੁਛ ਨਹੀਂ ਪਤਾ, ਇੱਥੇ ਪਰਮੇਸ਼ਰ ਦੀ ਕਦੋਂ ਖੇਡ ਵਰਤ ਜਾਵੇ ਇਹ ਮਨ ਹੈ। ਮੈਂ ਕਈ ਦਫਾ ਕਹਿੰਦਾ ਹੁੰਦਾ, ਅਸੀਂ ਤਾਂ ਚੀਜ਼ਾਂ ਹੀ ਕੁਛ ਨਹੀਂ ਆ, ਇੱਥੇ ਤੇ ਵੱਡੇ ਵੱਡੇ ਰਿਸ਼ੀ ਮੁਨੀ ਪੈਗੰਬਰ ਵੀ ਵਾਸ਼ਨਾ ਗ੍ਰਸ ਹੋ ਗਏ। ਉਹ ਵੀ ਕੋਈ ਆਪਣੀ ਧੀ ਮਗਰ ਤੁਰ ਪਿਆ ਸੀਗਾ, ਕੋਈ ਆਪਣੇ ਗੁਰੂ ਦੀ ਪਤਨੀ ਮਗਰ ਤੁਰ ਪਿਆ ਸੀ, ਚੰਦਰਮਾ ਦੀ ਗੱਲ ਕਰ ਲਈਏ ਤਾਂ। ਸੋ ਇਸ ਕਰਕੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸਾਡੇ ਮਨ ਨੂੰ ਵੀ ਤੇਰੀ ਟੇਕ ਹੈ ਤੇ ਸਾਡੇ ਜੀਵਨ ਵਿੱਚ ਆਧਾਰ ਆਸਰਾ ਵੀ ਜਿਹੜਾ ਉਹ ਤੇਰਾ ਹੈ। ਰਹਾਓ ਠਹਿਰਾਓ ਦੇ ਕੇ ਕਿਰਪਾ ਕਰਦੇ, ਹੈ ਤੂੰ ਹੋਵਨਹਾਰ। ਦਾਤਾ ਜੀ ਤੂੰ ਹੈ, ਤੂੰ ਅੱਜ ਵੀ ਹੈ, ਤੂੰ ਹੈ, ਤੂੰ ਪਹਿਲਾਂ ਵੀ ਸੀ ਤੇ ਤੂੰ ਹੈ, ਤੂੰ ਅੱਜ ਵੀ ਹੈ। ਪਹਿਲੇ ਅਰਥ ਦਾ ਹੈ ਤੂੰ ਹੈ, ਤੂੰ ਹੋਵਨਹਾਰ। ਤੂੰ ਪਹਿਲਾਂ ਵੀ ਸੀ, ਤੂੰ ਅੱਜ ਵੀ ਹੈ, ਤੂੰ ਹੋਵਨਹਾਰ, ਤੂੰ ਬਾਅਦ ਵਿੱਚ ਵੀ ਰਹੇਗਾ। ਜਿਹਨੂੰ ਅਸੀਂ ਬਾਣੀ 'ਚ ਇੱਕ ਵਚਨ ਪੜ੍ਹਦੇ ਹਾਂ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਕਿ ਉਹ ਪਹਿਲਾਂ ਵੀ ਸੀ, ਉਹ ਅੱਜ ਵੀ ਹੈ, ਬਾਅਦ ਵਿੱਚ ਵੀ। ਮੂਲ ਮੰਤਰ ਅੰਦਰ ਸਾਹਿਬ ਪਾਤਸ਼ਾਹ ਨੇ ਸਾਨੂੰ ਇਹ ਸਿਖਾਇਆ ਹੈ ਕਿ ਉਹ ਕਰਤੇ ਅਕਾਲ ਪੁਰਖ ਪਰਮੇਸ਼ਰ ਨਾਲ ਜੁੜ, ਜਿਹੜਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਪਹਿਲਾਂ ਵੀ ਸੀ, ਜਿਹੜਾ ਅੱਜ ਵੀ ਹੈ, ਜਿਹੜਾ ਬਾਅਦ ਵਿੱਚ ਵੀ ਹੋਸੀ ਭੀ ਸੱਚ। ਤੂੰ ਹੋਵਨਹਾਰ, ਤੂੰ ਅੱਜ ਵੀ ਹੈ, ਤੂੰ ਪਹਿਲਾਂ ਵੀ ਸੀ ਤੇ ਤੂੰ ਰਹੇਗਾ। ਫਿਰ ਕਿਉਂ ਨਾ ਉਹਦੇ ਨਾਲ ਜੁੜਿਆ ਜਾਵੇ ਜਿਹੜਾ ਸਾਰੀਆਂ ਥਾਵਾਂ 'ਤੇ ਸਾਡਾ ਮਦਦਗਾਰ ਬਣ ਸਕੇ। ਉਹਦੇ ਨਾਲ ਕਿਉਂ, ਉਹਨਾਂ ਲੋਕਾਂ ਨਾਲ ਕਿਉਂ ਜੁੜਨਾ ਜਿਹੜੇ ਸਾਡੇ ਤੋਂ 10 ਕਦਮਾਂ ਦੀ ਦੂਰੀ 'ਤੇ ਵੀ ਹੋ ਗਏ ਤੇ ਸਾਡੇ ਤੋਂ ਦੂਰੀ ਪੈ ਜਾਂਦੀ, ਪਰ ਉਹਦੇ ਨਾਲ ਜੁੜੀਏ ਜਿਹੜਾ ਸਾਰੀਆਂ ਥਾਵਾਂ 'ਤੇ ਸਰਵੱਤਰ ਵਿਆਪਕ ਤੇ ਹਰ ਥਾਂ 'ਤੇ ਸਾਡਾ ਮਦਦਗਾਰ ਹੈ। ਦਾਤਾ ਤੂੰ ਸਾਰੀਆਂ ਥਾਵਾਂ 'ਤੇ ਪ੍ਰਤੱਖ ਰੂਪ ਦੇ ਵਿੱਚ ਵਰਤਦਾ ਹੈ। ਅਗਮ ਅਗਾਧ ਊਚ ਆਪਾਰ, ਸਾਡੇ ਜੀਵਨ 'ਚ ਸਮਝ ਆ ਗਈ ਕਿ ਤੂੰ ਅਗਮ ਅਗਾਧ ਹੈ, ਅਸੀਂ ਤਾਂ ਤੇਰੇ ਨਾਲ ਜੁੜੇ। ਇੱਥੇ ਵਡਿਆਈ ਕਰ ਰਹੇ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਜੁੜਿਆ ਹੋਇਆ ਜੀਵ ਕੀ ਕਹਿੰਦਾ ਕਿ ਤੂੰ ਅਗਮ ਹੈ, ਤੂੰ ਇਹਨਾਂ ਇੰਦਰੀਆਂ ਦੀ ਗਮਤਾ ਤੋਂ ਪਰੇ ਹੈ, ਤੂੰ ਅਗਾਧ ਹੈ, ਤੂੰ ਅਗਾਹਿਆ ਨਹੀਂ ਜਾ ਸਕਦਾ। ਭਾਵ ਇਹਨਾਂ ਵੇਦਾਂ ਸ਼ਾਸਤਰਾਂ ਜਾਂ ਜਿਤਨਿਆਂ ਨੇ ਵੀ ਤੇਰੀ ਉਸਤਤ ਕੀਤੀ ਉਹਨਾਂ ਦੀ ਪਕੜ ਤੋਂ ਤੂੰ ਪਰੇ ਹੈ। ਊਚ ਅਪਾਰ, ਤੂੰ ਉੱਚਾ ਹੈ। ਜਿਵੇਂ ਪਿੱਛੇ ਵੀ ਸ਼ਬਦ ਆਇਆ, ਸਭ ਤੋਂ ਵੱਡ ਸਮਰੱਥ ਗੁਰਦੇਵ ਵਾਲੀ ਗੱਲ ਹੈ ਕਿ ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਕਿ ਦਾਤਾ ਤੂੰ ਇੰਨਾ ਉੱਚਾ ਹੈ। ਮੈਂ ਪਿੱਛੇ ਵੀ ਜ਼ਿਕਰ ਕੀਤਾ, ਇੱਕ ਉੱਚਾ ਹੁਕਮ ਕਰਕੇ, ਇੱਕ ਉੱਚਾ ਜਦੋਂ ਅਸੀਂ ਅਸਮਾਨ ਵੱਲ ਕਹਿੰਦੇ, ਦੂਜਾ ਸਮਰੱਥਾ ਕਰਕੇ। ਸਾਰਿਆਂ ਅਰਥਾਂ ਵਿੱਚ ਉਹ ਸਾਡੇ ਤੋਂ ਉੱਚਾ ਹੈ। ਆਪਾਰ, ਤੇਰਾ ਕੋਈ ਪਾਰਾਵਾਰ ਨਹੀਂ ਹੈ। ਜਿਵੇਂ ਵਿਦਵਾਨਾਂ ਦਾ ਕਥਨ ਹੈ, ਲੂਣ ਦੀ ਡਲੀ ਤੁਰੀ ਤੇ ਕਹਿੰਦੀ ਮੈਂ ਸਮੁੰਦਰ ਦਾ ਅੰਤ ਲੈਣ ਜਾਣਾ। ਜਦੋਂ ਸਮੁੰਦਰ ਦੇ ਵਿੱਚ ਥੋੜ੍ਹਾ ਜਿਹਾ ਵੜੀ ਤੇ ਸਮੁੰਦਰ ਵਿੱਚ ਖੁਰ ਗਈ, ਘੁਲ ਗਈ। ਹੁਣ ਪਿਛਲੇ ਪੁੱਛਦੇ ਨੇ ਤੂੰ ਸਮੁੰਦਰ ਵਿੱਚ ਵੜ ਗਈ, ਘੁਲ ਗਈ, ਦੱਸ ਖਾਂ ਸਮੁੰਦਰ ਦਾ ਕੀ ਅੰਤ ਹੈ। ਤੇ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ, ਚੱਲੀ ਪੁੱਤਰੀ ਲੋਣ ਕੀ ਥਾਹ ਸਮੁੰਦ ਕੀ ਲੈਣ। ਉਹ ਸਮੁੰਦਰ ਦਾ ਅੰਤ ਲੈਣ ਵਾਸਤੇ ਚੱਲੀ ਸੀ, ਪਰ ਜਦੋਂ ਸਮੁੰਦਰ ਦਾ ਰੂਪ ਹੋ ਗਈ, ਹੁਣ ਉਹ ਬੋਲ ਹੀ ਨਹੀਂ ਸਕਦੀ। ਜਿਹਨੂੰ ਭਗਤ ਕਬੀਰ ਜੀ ਕਹਿੰਦੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀ ਹੈ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਤੂੰ ਅਪਾਰ ਹੈ, ਪਾਰਾਵਾਰ ਤੋਂ ਪਰੇ ਹੈ, ਤੇਰਾ ਕੋਈ ਆਦ ਅੰਤ ਜਿਹੜਾ ਵਖਿਆਨ ਨਹੀਂ ਕੀਤਾ ਜਾ ਸਕਦਾ। ਜੋ ਤੁਧ ਸੇਵਹਿ ਤਿਨ ਭਉ ਦੁੱਖ ਨਾਹੇ। ਦਾਤਾ ਜਿਹੜਾ ਤੈਨੂੰ ਸੇਵਦਾ, ਜਿਹੜਾ ਤੇਰਾ ਆਰਾਧਨ ਕਰਦਾ ਹੈ, ਜਿਹੜਾ ਤੇਰੇ ਚਰਨਾਂ ਨਾਲ ਜੁੜ ਜਾਂਦਾ ਹੈ, ਉਹਨੂੰ ਭਉ ਤੇ ਦੁੱਖ, ਇਹ ਦੋ ਚੀਜ਼ਾਂ ਉਹਨੂੰ ਵਿਆਪਦੀਆਂ ਨਹੀਂ। ਦੂਜਾ ਭਉ ਦੁੱਖ ਨਾਹੇ ਦਾ ਇਹ ਵੀ ਅਰਥ ਆਪਾਂ ਕਰ ਲਵਾਂਗੇ। ਇੱਕ ਤਾਂ ਹੈ ਉਹਨੂੰ ਡਰ ਨਹੀਂ ਰਹਿ ਜਾਂਦਾ। ਡਰ ਬੜੇ ਨੇ ਸਾਡੀ ਜ਼ਿੰਦਗੀ ਅੰਦਰ, ਠੀਕ ਹੈ। ਕਈ ਵਾਰ ਬੰਦਾ ਕਹਿ ਦਿੰਦਾ ਮੈਂ ਮਰਨ ਤੋਂ ਨਹੀਂ ਡਰਦਾ, ਠੀਕ ਹੈ। ਇੱਕ ਅਰਥ ਅੰਦਰ ਮੈਂ ਤੇਰੇ ਨਾਲ ਸਹਿਮਤ ਹਾਂ ਵੀ ਤੂੰ ਮੌਤ ਤੋਂ ਨਹੀਂ ਡਰਦਾ। ਲੜਾਈ ਹੋ ਜਾਏ ਤੇ ਤੂੰ ਛਾਤੀ ਢਾਹ ਕੇ ਸਾਰਿਆਂ ਤੋਂ ਮੂਹਰੇ ਖੜਾ ਹੋਣਾ, ਤੂੰ ਮੌਤ ਤੋਂ ਨਹੀਂ ਡਰਦਾ। ਪਰ ਹੋਰ ਵੀ ਤੇਰੇ ਅੰਦਰ ਡਰ ਹੋਣਗੇ। ਜੇ ਤੇਰੇ ਕੋਲ ਕੋਈ ਅਹੁਦਾ ਹੋਏਗਾ ਤੇ ਤੈਨੂੰ ਡਰ ਹੋਏਗਾ ਵੀ ਮੇਰਾ ਅਹੁਦਾ ਨਾ ਚਲਾ ਜਾਵੇ, ਭਾਵੇਂ ਇਹਦੇ ਪਿੱਛੇ ਮੈਨੂੰ ਮਰਨਾ ਪੈ ਜੇ। ਤੈਨੂੰ ਡਰ ਹੈ, ਤੇਰੇ ਕੋਲ ਧਨ ਹੈ, ਤੇਰਾ ਧਨ ਕੋਈ ਲੈ ਨਾ ਜਾਵੇ। ਤੇਰੇ ਹੱਥ 'ਚ ਚੀਜ਼ ਫੜੀ ਹੈ, ਕੋਈ ਲੈ ਨਾ ਜਾਵੇ। ਅਸੀਂ ਜਿੰਨੇ ਮਰਜ਼ੀ ਨਿਡਰ ਹੋ ਜਾਈਏ, ਪਰ ਫਿਰ ਵੀ ਆਪਣੇ ਕੋਲ ਕੋਈ ਚੀਜ਼ ਹੋਵੇ ਤੇ ਆਪਾਂ ਸਾਂਭ ਰੱਖਦੇ, ਕੋਈ ਖੋ ਕੇ ਹੀ ਨਾ ਲੈ ਜਾਵੇ। ਹਰ ਖਿਣ ਅਸੀਂ ਡਰ ਦੀ ਜ਼ਿੰਦਗੀ ਵਿੱਚ ਜਿਉਂਦੇ ਆ। ਉਹ ਡਰ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਬੱਚੇ ਨੂੰ ਹੈ
मेरा बचपन ना जावे, जवान नूं है मेरी जवानी ना जावे, बजुर्ग नूं है मैनूं मौत ना आ जावे। डर साडे अंदर हैगा, भावें असीं किन्ने भी बाहरों निडर हो के तुरे फिर गए। तां हजूर कहंदे जिन्हां ते तेरी किरपा हो जांदी तिन भौ दुख ना है, उन्हां नूं डर रूपी दुख नहीं व्यापदा। वो डरदे नहीं भी मेरे नाल की हो रहा है। जो जिंदगी अंदर वरत रहा है, जे दुख है दुख सुख तेरी आग्या प्यारे, वो इस तरह जिंदगी नूं जिउंदे ने। फिर दुख ना है, भौ नूं वखरा कर लीए। एक तां डर रूपी दुख, दूजा इस संसार ते जिन्ने सानू छोटे वड्डे दुख व्यापदे ने उन्हां दी जिंदगी विच ये नहीं हन। हुण असीं कहिए भी कि वो दुखी नहीं हुंदे। एक पासे इतिहास कह रहा है भी बंदगी करन वालियां नूं आरियां थल्ले खड़ना पै रहा है, एक पासे इतिहास कह रहा उन्हां नूं पुट्ठे लटकना पैंदा है, उन्हां दीयां मावां नूं अपने गलां विच बच्चियां दे टुकड़ियां दे हार पवाउणे पैंदे ने। बंदगी करन वालियां नूं सवा सवा मन पीसने पैंदे, उन्हां नूं देगां विच उबलना पैंदा है, उन्हां नूं छंबां विच बह के शहादतां देणीआं पैंदियां, ते तुसीं कह रहे हो कि उन्हां नूं दुख ही कोई नहीं व्यापदा। ये वो अवस्था बन जाती। एक आपां वां जे बुखार भी चढ़ गया तो साडी जुबान हाय हाय कहती पई है, पर जिन्हां दे कोल बंदगी आ गई, जो तुद सेवहे वो मीर मन्नू दियां जेलां च भी बह के कहंदे पए ने, मन्नू साडी दुआतरी असीं मन्नू दे सोए, ज्यों ज्यों मन्नू वड्डदा असीं दूण सवाए होए। वो सारा दिन सवा मन दे पीसने पीस के पुत्रां दे टुकड़ियां दे हार गलां च पवा के शाम नूं वो बीबियां भैणां इकट्ठियां होकर सोदर दा पाठ करके कहंदियां, दाता तेरी किरपा दे नाल 4 पैर दिन आया सी, सुख शांति नाल बतीत होया, रात आई अपने भाणे विच बतीत करवा ली। सुनने वाले हैरान हो जाते, इन्ने दुख सहण तो बाद भी कह रहे हैं दिन सुखां नाल बतीत होया। तो एक पासे असीं हुन्ने आ, जे दिन च किते घंटा सिर भी पीड़ कर जाए तो असीं कहने अज दिन ही बड़ा औखा लंघिया मेरा। ते एक पासे वो इन्ना कुछ सह के भी कहंदे पए ने दिन सुख नाल बतीत होया। तां साहब कहंदे ने जो तुद सेव है, ਜਿਹੜੇ ਤੈਨੂੰ ਸੇਵਦੇ ਨੇ ਉਹ ਫਿਰ ਮੀਰ ਮੰਨੂ ਨੂੰ ਵੀ ਕਹਿੰਦੇ ਸਾਨੂੰ ਤੇਰਾ ਕੋਈ ਡਰ ਨਹੀਂ, ਤੇ ਜਿਹੜੇ ਦੁੱਖ ਦੇ ਕੇ ਤੂੰ ਨੱਚਦਾ ਪਿਆ ਵੀ ਮੈਂ ਇਹਨਾਂ ਨੂੰ ਦੁਖੀ ਕਰ ਦਿੱਤਾ, ਸਾਨੂੰ ਇਹ ਦੁੱਖ ਜਿਹੜੇ ਵਿਆਪਦੇ ਨਹੀਂ ਪਏ ਹਨ। ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਸਭ ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹ ਫਿਰ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ, ਕਿਉਂਕਿ ਉਹਦੇ ਗੁਣਾਂ ਨੂੰ ਗਾਉਣ ਵਾਸਤੇ ਉਹਦੀ ਕਿਰਪਾ ਚਾਹੀਦੀ। ਹੁਣ ਇਹਦਾ ਇਹ ਵੀ ਮਤਲਬ ਨਹੀਂ ਅਸੀਂ ਕੱਢਣਾ ਵੀ ਠੀਕ ਹੈ ਸਾਡੇ ਤੇ ਕਿਰਪਾ ਨਹੀਂ ਹੈਗੀ ਤੇ ਅਸੀਂ ਨਹੀਂ ਗਾ ਸਕਦੇਗੇ, ਨਹੀਂ, ਉਹਦੀ ਕਿਰਪਾ ਚਾਹੀਦੀ, ਪਰ ਉਹਦੀ ਕਿਰਪਾ ਦਾ ਪਾਤਰ ਬਣਨ ਵਾਸਤੇ ਤੈਨੂੰ ਅਰਦਾਸ ਕਰਨੀ ਪਏਗੀ। ਤੇ ਹੁਣ ਜੇ ਤੂੰ ਅਰਦਾਸ ਹੀ ਨਾ ਕਰੇ ਫਿਰ ਔਖਾ ਹੋ ਜਾਏਗਾ। ਜੇ ਤੇਰੇ ਮਨ ਅੰਦਰ ਚਾਹ ਹੈ ਵੀ ਤੂੰ ਉਹਦੀ ਕਿਰਪਾ ਦਾ ਪਾਤਰ ਬਣ ਤਾਂ ਤੈਨੂੰ ਅਰਦਾਸ ਕਰਨੀ ਪਏਗੀ। ਜਦੋਂ ਅਰਦਾਸ ਕਰੇ ਤਾਂ ਉਹਦੀ ਕਿਰਪਾ ਤੇਰੇ ਤੇ ਜ਼ਰੂਰ ਵਰਤੇਗੀ। ਹੋਣਾ ਸਭ ਉਹਦੀ ਕਿਰਪਾ ਨਾਲ। ਜਿਵੇਂ ਇੱਕ ਬੱਚਾ ਚਾਹਵੇ ਕਿ ਮੈਂ ਜ਼ਿੰਦਗੀ ਦੇ ਅੰਦਰ ਕਿਸੇ ਵੱਡੇ ਮੁਕਾਮ ਨੂੰ ਹਾਸਲ ਕਰਨਾ, ਮੈਂ ਜੱਜ ਬਣਨਾ, ਮੈਂ ਆਫੀਸਰ ਬਣਨਾ, ਇੱਛਾ ਉਹਦੀ ਹੈ ਤਾਂ ਉਹਨੂੰ ਪੜ੍ਹਨਾ ਪਵੇਗਾ। ਮਿਲਣਾ ਉਹਨੂੰ ਸਾਰਾ ਕੁਝ ਪੜ੍ਹਾਈ ਦੇ ਵਿੱਚੋਂ ਹੈ। ਉਹ ਕਵੇ ਸਾਰੀ ਜ਼ਿੰਦਗੀ ਮੈਂ ਪੜ੍ਹਨਾ ਕੱਖ ਵੀ ਨਹੀਂ ਤੇ ਲੱਗ ਮੈਂ ਆਫੀਸਰ ਜਾਵਾਂਗਾ, ਨਹੀਂ ਹੋ ਸਕੇਗਾ, ਮੁਸ਼ਕਲ ਹੋ ਜਾਏਗਾ ਬਹੁਤ। ਇਸ ਤਰ੍ਹਾਂ ਜੇ ਤੇਰੇ ਅੰਦਰ ਜਿਗਿਆਸਾ ਹੋਏਗੀ ਤਾਂ ਤੂੰ ਅਰਦਾਸ ਕਰੇਗਾ, ਜਿਗਿਆਸਾ ਹੋਏਗੀ ਬੱਚੇ ਅੰਦਰ ਤਾਂ ਉਹ ਪੜ੍ਹੇਗਾ। ਜੇ ਤੂੰ ਕਹਿੰਦਾ ਵੀ ਸਾਰਾ ਕੁਝ ਉਹਦੀ ਕਿਰਪਾ ਨਾਲ ਹੀ ਹੋਣਾ ਹੈ ਤਾਂ ਇਹ ਸੱਚ ਹੈ, ਤੈਨੂੰ ਉਹਦੀ ਕਿਰਪਾ ਦਾ ਪਾਤਰ ਬਣਨ ਵਾਸਤੇ ਆਪਣੇ ਆਪ ਨੂੰ ਤਿਆਰ ਕਰਨਾ ਪਏਗਾ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਤੂੰ ਤਿਆਰ ਕਰ ਤੇ ਗੁਰੂ ਦੀ ਕਿਰਪਾ ਜਿਹੜੀ ਹੈ ਜਿਨ੍ਹਾਂ ਤੇ ਵਰਤਦੀ ਹੈ ਫਿਰ ਉਹ ਉਹਦੇ ਗੁਣਾਂ ਨੂੰ ਜਿਹੜੇ ਗਾਉਂਦੇ ਹਨ। ਦੇਖੋ ਉਹਦੀ ਕਿਰਪਾ ਕਿਵੇਂ ਵਰਤਦੀ, ਛੋਟਾ ਜਿਹਾ ਇਸ਼ਾਰਾ ਕਰਾਂ। ਕਿਸੇ ਇਤਿਹਾਸ 'ਚ ਨਹੀਂ ਕਦੀ ਆਇਆ ਭਗਤ ਨਾਮਦੇਵ ਸਾਹਿਬ ਜੀ ਦਾ ਕੋਈ ਵਿਦਿਆ ਗੁਰੂ ਸੀ ਜਿਹਨੇ ਭਗਤ ਨਾਮਦੇਵ ਜੀ ਨੂੰ ਰਾਗਾਂ ਦੇ ਵਿੱਚ ਗਾਉਣਾ ਪੜ੍ਹਨਾ ਸਿਖਾਇਆ ਹੋਵੇ, ਪਰ ਨਹੀਂ, ਨਾਮਦੇਵ ਜੀ ਦੇ ਸਥਾਨ 'ਤੇ ਅੱਜ ਵੀ ਹਜ਼ੂਰ ਸਾਹਿਬ ਅਸੀਂ ਨਰਸੀ ਨਾਮਦੇਵ ਜਾਂਦੇ ਹਾਂ ਤੇ ਅੱਜ ਵੀ ਉੱਥੇ ਖੜੇ ਹੋਏ ਉਹ ਤਾਰਾ ਜਿਹੜਾ ਨਾਮਦੇਵ ਜੀ ਦਾ ਉਸੇ ਤਰ੍ਹਾਂ ਵਜਾਉਂਦੇ ਨੇ। ਕਿੰਨੀ ਬਾਣੀ ਭਗਤ ਨਾਮਦੇਵ ਜੀ ਨੇ ਰਾਗਾਂ ਵਿੱਚ ਉਚਾਰਨ ਕੀਤੀ। ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ ਕਿਤੇ ਨਹੀਂ ਆਇਆ ਗੁਰੂ ਰਾਮਦਾਸ ਮਹਾਰਾਜ ਕਦੀ ਸਕੂਲ ਪੜ੍ਹਨ ਗਏ ਹੋਣ, ਪਰ 30 ਰਾਗਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਰਾਗਾਂ ਦੇ ਵਿੱਚ ਜਿਸ ਰਾਗ ਨੂੰ ਅੱਜ ਕੱਲ੍ਹ ਗਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਹਦਾ ਮਤਲਬ ਜਿਹਦੇ 'ਤੇ ਤੇਰਾ ਤਰਸ ਵਰਤ ਜਾਂਦਾ ਹੈ ਉਹ ਨਾਨਕ ਗੁਣ ਗਾਹੇ, ਉਹ ਤੇਰੇ ਗੁਣਾਂ ਨੂੰ ਗਾਉਂਦਾ ਹੈ ਤੇ ਬੜੀ ਚੜ੍ਹਦੀ ਕਲਾ ਵਿੱਚ ਗਾਉਂਦਾ ਹੈ। ਹੁਣ ਮਰਦਾਨੇ ਨੂੰ ਕਿਤੇ ਸਿੱਖਣ ਦੀ ਲੋੜ ਨਹੀਂ ਸੀ ਪਈ। ਮਰਦਾਨੇ ਨੂੰ ਗੁਰੂ ਨਾਨਕ ਨੇ ਕਿਹਾ, ਮਰਦਾਨਿਆਂ ਰਬਾਬ ਵਜਾ। ਉਹ ਕਹਿੰਦਾ ਬਾਬਾ ਮੈਨੂੰ ਨਹੀਂ ਆਉਂਦੀ। ਸਾਹਿਬ ਕਹਿੰਦੇ ਤੂੰ ਤਾਰ ਛੇੜ, ਕਰਤਾਰ ਕਿਰਪਾ ਕਰੇਗਾ। ਐਸੀ ਮਰਦਾਨੇ ਨੇ ਤਾਰ ਛੇੜੀ। ਕਦੀ ਇਤਿਹਾਸ 'ਚ ਨਹੀਂ ਆਇਆ ਵੀ ਗੁਰੂ ਨਾਨਕ ਕਹਿੰਦਾ ਹੋਵੇ ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਤੇ ਮਰਦਾਨਾ ਅੱਗੋਂ ਕਵੇ ਬਾਬਾ ਰਾਗ ਕਿਹੜਾ ਵਜਾਉਣਾ ਮੈਨੂੰ ਇਹ ਦੱਸ। ਨਹੀਂ, ਜਿਵੇਂ ਅੱਜ ਕੱਲ੍ਹ ਆਮ ਹੀ
ਕਦੀ ਕੀਰਤਨੀਆਂ ਨੂੰ ਵੇਖਿਓ, ਤਬਲੇ ਵਾਲਾ ਸਿੰਘ ਆਮ ਹੀ ਪੁੱਛਦਾ ਜੀ ਕਿਹੜੀ ਸੁਰ 'ਤੇ ਤਬਲਾ ਜਿਹੜਾ ਉਹ ਸੈੱਟ ਕਰਾਂ, ਕਿਹੜੀ ਸੁਰ 'ਤੇ ਗਾਓਗੇ। ਕਿਤੇ ਰਾਗ ਦਰਬਾਰ ਹੋਵੇ, ਪੁੱਛਿਆ ਜਾਂਦਾ ਜੀ ਤੁਸੀਂ ਕਿਹੜਾ ਰਾਗ ਗਾਓਗੇ। ਕਿਤੇ ਬੱਚਿਆਂ ਦੇ ਕੰਪੀਟੀਸ਼ਨ ਹੁੰਦੇ ਸੰਗੀਤ ਦੇ, ਬੱਚੇ ਨੂੰ ਪੁੱਛਿਆ ਜਾਂਦਾ ਕਿਹੜੇ ਸਕੇਲ 'ਤੇ ਗਾਏਗਾ, ਕਿਹੜੀ ਸੁਰ 'ਤੇ ਗਾਏਗਾ। ਅੱਜ ਤੱਕ ਮਰਦਾਨੇ ਨੇ ਨਹੀਂ ਸੀ ਪੁੱਛਿਆ ਬਾਬਾ ਜਿਹੜਾ ਸ਼ਬਦ ਗਾਉਣ ਲੱਗਾ ਕਿਹੜੇ ਰਾਗ ਵਿੱਚ ਮੈਂ ਤਾਰ ਉੱਥੇ ਮਾੜੀ ਜੀ ਕੱਸ ਲਵਾਂ। ਨਹੀਂ, ਗੁਰੂ ਨਾਨਕ ਦੀ ਕਿਰਪਾ ਐਸੀ ਵਰਤੀ ਕਿ ਮਰਦਾਨਾ ਉਸ ਕਿਰਪਾ ਦੇ ਸਦਕਾ ਹੀ ਉਹਦੇ ਗੁਣਾਂ ਨੂੰ ਗਾ ਰਿਹਾ। ਤਾਂ ਹਜ਼ੂਰ ਕਹਿੰਦੇ ਜੋ ਦਿਸੈ ਸੋ ਤੇਰਾ ਰੂਪ। ਦਾਤਾ ਹੁਣ ਅਵਸਥਾ ਇਹ ਬਣ ਗਈ, ਇਹ ਕਿੰਨਾ ਦੀ ਬਣਦੀ ਜਦੋਂ ਅਸੀਂ ਪਿੱਛੇ ਜ਼ਿਕਰ ਕਰਾਂਗੇ ਤੇਰੀ ਟੇਕ ਤੇਰਾ ਆਧਾਰ ਵਾਲਿਆਂ ਦੀ। ਉਹ ਹੁਣ ਕਹਿ ਰਿਹਾ ਜੋ ਦਿਸੈ ਸੋ ਤੇਰਾ ਰੂਪ। ਇਹ ਜੋ ਕੁਛ ਵੀ ਦਿਸਦਾ ਇਹ ਸਾਰਾ ਤੇਰਾ ਹੀ ਰੂਪ ਹੈ। ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਇੱਥੇ ਭਾਈ ਕਨ੍ਹਈਏ ਵਾਲਾ ਜੀਵਨ ਬਣਿਆ ਪਿਆ ਦਾਤਾ। ਮੈਂ ਕਿਸੇ ਦੁਸ਼ਮਣ ਨੂੰ ਕਿਸੇ ਆਪਣੇ ਨੂੰ ਪਾਣੀ ਨਹੀਂ ਪਿਆਉਂਦਾ ਪਿਆ। ਅਵਸਥਾ ਹੁਣ ਇਹ ਬਣ ਗਈ ਹੈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਹੁਣ ਅਵਸਥਾ ਇਹ ਬਣ ਗਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਆਈ। ਜੋ ਦਿਸੈ ਸੋ ਤੇਰਾ ਰੂਪ। ਇਹ ਸਾਰਾ ਤੇਰਾ ਹੀ ਰੂਪ ਦਿਸਦਾ ਪਿਆ। ਗੁਣ ਨਿਧਾਨ ਗੋਵਿੰਦ ਅਨੂਪ। ਕਿਹਦਾ ਰੂਪ? ਦਾਤਾ ਤੂੰ ਗੁਣਾਂ ਦਾ ਖਜ਼ਾਨਾ ਹੈ, ਤੂੰ ਗੋਵਿੰਦ ਪ੍ਰਿਥਵੀ ਦਾ ਪਾਲਕ ਹੈ, ਪ੍ਰਿਥਵੀ ਦਾ ਆਸਰਾ ਹੈ। ਅਨੂਪ ਉਪਮਾ ਨਹੀਂ ਤੇਰੀ ਕਿਸੇ ਨਾਲ ਦਿੱਤੀ ਜਾ ਸਕਦੀ। ਉਪਮਾ ਕਹੀ ਨਾ ਜਾਏ ਮੇਰੇ ਪ੍ਰਭ ਕੀ। ਤੇਰੀ ਕਿਸੇ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ। ਕਾਰਨ ਕਿਉਂ? ਕਿਉਂਕਿ ਜੈਸਾ ਤੂੰ ਤੈਸਾ ਤੂੰ ਹੀ। ਕਿਆ ਉਪਮਾ ਦੀਜੈ? ਕਿਹਦੇ ਨਾਲ ਤੈਨੂੰ ਵਡਿਆਈ ਦੇ ਦਈਏ, ਕਿਹਦੇ ਨਾਲ ਤੈਨੂੰ ਕੰਪੇਅਰ ਕਰੀਏ ਅਸੀਂ ਵੀ ਰੱਬ ਜਿਹੜਾ ਫਲਾਣੇ ਵਰਗਾ ਹੋਵੇਗਾ। ਨਹੀਂ, ਭਾਵੇਂ ਲੋਕਾਂ ਨੇ ਕਿਹਾ ਤੂੰ ਕਮਲ ਵਰਗਾ ਹੈ, ਭਾਵੇਂ ਬਾਣੀ ਨੇ ਵੀ ਕਿਹਾ ਤੂੰ ਸਮੁੰਦਰ ਵਰਗਾ ਹੈ, ਪਰ ਇੱਕ ਪੱਖ ਦੀ ਉਦਾਹਰਨ ਹੈ। ਸਮੁੰਦਰ ਵਿੱਚ ਵੀ ਲੱਖਾਂ ਔਗਣ ਨੇ, ਚੰਦਰਮਾ 'ਚ ਲੱਖਾਂ ਔਗਣ ਨੇ, ਕਮਲ ਫੁੱਲ ਵਿੱਚ ਲੱਖਾਂ ਔਗਣ ਨੇ। ਬਸ ਇਹ ਹੈ ਅਸੀਂ ਸਮਝਣ ਮਾਤਰ ਕਹਿ ਲੈਨੇ ਤੂੰ ਸਮੁੰਦਰ ਵਰਗਾ ਅਥਾਹ ਹੈ, ਪਰ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਤੂੰ ਅਨੂਪ ਹੈ, ਉਪਮਾ ਰਹਿਤ ਹੈ। ਸਿਮਰ 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 ਜਨ ਸੋਏ। ਜਿਹੜੇ ਕਮਾਈ ਵਾਲੇ ਫਿਰ ਤੈਨੂੰ ਸਿਮਰਦੇ ਨੇ। 3 ਵਾਰ ਸਾਹਿਬ ਜੀ ਨੇ ਸ਼ਬਦ ਵਰਤਿਆ ਜਨ ਸੋਏ। ਜਿਹੜਾ ਤੇਰਾ ਜਨ ਹੈ, ਜਿਹੜਾ ਗੁਰਸਿੱਖ ਹੈ, ਜਿਹੜਾ ਸਾਧੂ ਹੈ, ਮਹਾਤਮਾ ਹੈ, ਉਹ ਤੈਨੂੰ ਤਿੰਨੇ ਅਵਸਥਾਵਾਂ ਦੇ ਵਿੱਚ ਬਚਪਨ ਜਵਾਨੀ ਬਜ਼ੁਰਗੀ ਦੇ ਅੰਦਰ ਜਾਂ ਉਹ ਸਰੀਰ ਕਰਕੇ ਜਾਂ ਇਸ ਦਿਨ ਦੇ 3 ਜਿਹੜੇ ਸਮੇਂ ਹੁੰਦੇ ਨੇ ਸਵੇਰ ਦੁਪਹਿਰ ਸ਼ਾਮ, ਇਹਨਾਂ 3 ਸਮਿਆਂ ਦੇ ਅੰਦਰ, ਤਿੰਨਾਂ ਦੇ ਅਰਥ ਰਜੋ ਗੁਣ ਤਮੋ ਗੁਣ ਸਤੋ ਗੁਣ, ਇਹਨਾਂ ਸਾਰੀਆਂ ਅਵਸਥਾਵਾਂ ਦੇ ਅੰਦਰ ਉਹ ਤੈਨੂੰ ਸਿਮਰਦਾ ਹੈ। ਨਾਨਕ ਕਰਮ ਪ੍ਰਾਪਤ ਹੋਏ। ਪਰ ਸਿਮਰਨ ਕਰਨ ਤੋਂ ਬਾਅਦ ਵੀ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਮੈਂ ਇੰਨਾ ਸਿਮਰਨ ਕੀਤਾ ਮੈਨੂੰ ਉਹਦੀ ਪ੍ਰਾਪਤੀ ਹੋਏਗੀ। ਨਹੀਂ, ਇੱਥੇ ਕੋਈ ਦਾਵਾ ਨਹੀਂ। ਕਬੀਰ ਦਾਵੈ ਦਾਜਨ ਹੋਤ ਹੈ ਨਿਰਦਾਵੈ ਰਹਿ ਨਿਸੰਕ। ਦਾਵਾ ਨਹੀਂ ਕਦੀ ਹੋ ਸਕਦਾ ਵੀ ਮੈਂ ਇੰਨੀ ਬੰਦਗੀ ਕੀਤੀ, ਮੈਂ ਇੰਨਾ ਸਿਮਰਨ ਕੀਤਾ, ਮੈਂ ਇੰਨੇ ਸਾਲ ਚੌਂਕੜਾ ਮਾਰ ਕੇ ਬੈਠਾ ਰਿਹਾ, ਮੈਨੂੰ ਤਾਂ ਉਹਦੀ ਪ੍ਰਾਪਤੀ ਹੋਏਗੀ। ਇਹ ਤਾਂ ਸਾਹਿਬ ਪਾਤਸ਼ਾਹ ਕਹਿੰਦੇ ਨਾਨਕ ਕਰਮ ਪ੍ਰਾਪਤ ਹੋਏ। ਇਹ ਤੇ ਕਰਮ ਹੈ। ਇਹ ਤੇ ਇੱਥੇ ਕਰਮ ਦਾ ਅਰਥ ਹੈ ਕਿਰਪਾ। ਇਹ ਪ੍ਰਾਪਤੀ ਤੇ ਉਹਦੀ ਕਿਰਪਾ ਨਾਲ ਹੁੰਦੀ। ਇੱਥੇ ਇਹ ਵੀ ਖੇਡ ਵਰਤ ਜਾਂਦੀ, ਇੱਕ ਜਾ ਗੰਦੇ ਨਾਲ ਹੈ ਨਾ, ਇੱਕ ਨਾ ਸੁੱਤਿਆਂ ਦੇ ਉਠਾਲ। ਇਹ ਤੇ ਉਹਦੀ ਕਿਰਪਾ ਹੈ। ਕਈ ਵਾਰ ਜਾਗਦੇ ਖਾਲੀ ਰਹਿ ਜਾਂਦੇ, ਸੁੱਤਿਆਂ ਨੂੰ ਦਾਤਾ ਬਣ ਜਾਂਦਾ। ਤਾਂ ਸਾਹਿਬ ਕਹਿੰਦੇ ਇਹ ਉਹਦੀ ਕਰਮ, ਉਹਦੀ ਕਿਰਪਾ ਦੇ ਸਦਕਾ ਇਹ ਪ੍ਰਾਪਤੀ ਜਿਹੜੀ ਹੋਣੀ ਕਰਦੀ ਹੈ। ਜਿਨ ਜਪਿਆ ਤਿਸ ਕਉ ਬਲਿਹਾਰ। ਜਿਨ੍ਹਾਂ ਨੇ ਉਹਨੂੰ ਜਪਿਆ ਹੈ, ਜਿਹੜੇ ਸਿਮਰਨ ਕਰਦੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਹਾਂ, ਅਸੀਂ ਉਹਨਾਂ ਤੋਂ ਕੁਰਬਾਨ ਹਾਂ। ਕਿਉਂਕਿ ਸਭ ਤੋਂ ਔਖਾ ਕੰਮ ਹੀ ਅੱਜ ਜ਼ਿੰਦਗੀ ਵਿੱਚ ਸਿਮਰਨ ਕਰਨਾ ਹੈ। ਔਖੇ ਤੋਂ ਔਖਾ ਕੰਮ ਬੰਦਾ ਕਰ ਲੈਂਦਾ, ਪਰ ਸਿਮਰਨ ਨਹੀਂ ਹੁੰਦਾ, ਬੰਦਗੀ ਨਹੀਂ ਪੜੀ ਜਾਂਦੀ। ਕਿਸੇ ਬੰਦੇ ਨੂੰ ਤੁਸੀਂ ਕਹੋ ਤੂੰ ਸਾਰਾ ਦਿਨ ਹੱਡ ਤੋੜ ਵੀ ਮਿਹਨਤ ਕਰਨੀ। ਭਗਤ ਸਧਨੇ ਨੇ ਗਰੀਬਾਂ ਨੂੰ ਵੇਖਿਆ, ਦਿਹਾੜੀਦਾਰ ਬੈਠੇ ਸੀ, ਬੜੇ ਮੁਰਝਾਏ ਜੇ, ਚੁੱਪ ਕਰਕੇ ਚਿਹਰੇ ਕੁਮਲਾਏ, ਤੇ ਪੁੱਛਦਾ ਵੀ ਕੀ ਹੋਇਆ? ਕਹਿੰਦੇ ਵੀ ਅੱਜ ਦਿਹਾੜੀ ਨਹੀਂ ਮਿਲੀ। ਤੇ ਉਹ ਕਹਿੰਦਾ ਵੀ ਮੇਰੇ ਨਾਲ ਚੱਲੋ। ਨਾਲ ਲੈ ਗਿਆ। ਕਿੰਨੀ ਦਿਹਾੜੀ ਮਿਲਦੀ ਤੁਹਾਨੂੰ? ਉਹਨਾਂ ਦੱਸ ਦਿੱਤਾ ਜੋ ਵੀ ਉਹਨਾਂ ਦਾ ਰੋਜ਼ਮਰਾ ਦਾ ਹਿਸਾਬ ਸੀ ਵੀ ਸਾਨੂੰ ਇੱਕ ਦਿਨ ਦੇ ਇੰਨੇ ਪੈਸੇ ਮਿਲਦੇ ਆ। ਤੇ ਉਹ ਕਹਿੰਦਾ ਵੀ ਇੱਥੇ ਚੌਂਕੜੇ ਮਾਰ ਕੇ ਬਹਿ ਜਾਓ, ਸਾਰਿਆਂ ਨੂੰ ਇੱਕ ਇੱਕ ਮਾਲਾ ਫੜਾਈ, ਮੈਂ ਤੁਹਾਨੂੰ ਦੁੱਗਣੀ ਦਿਹਾੜੀ ਦੇਵਾਂਗਾ, ਬਸ ਤੁਸੀਂ ਸਾਰਾ ਦਿਨ ਨਾਮ ਜਪਣਾ। ਤੇ ਇਤਿਹਾਸ ਕਹਿੰਦਾ ਉਹਨਾਂ ਦਾ, ਕਹਿੰਦੇ ਵੀ ਉਹ ਜਿਹੜੇ ਦਿਹਾੜੀਦਾਰ ਬੈਠੇ ਸੀ ਉਹਨਾਂ ਨੇ ਕੁਝ ਕੁ ਘੰਟੇ ਕੱਢੇ ਤੇ ਉੱਠ ਕੇ ਸਾਰਿਆਂ ਨੇ ਮਾਲਾ ਇਕੱਠੀਆਂ ਕੀਤੀਆਂ ਤੇ ਭਗਤ ਨੂੰ ਕਹਿੰਦੇ ਭਗਤਾਂ ਆ ਮਾਲਾ ਸਾਂਭ ਕੇ ਰੱਖ, ਅਸੀਂ ਇੱਟਾਂ ਢੋ ਲੈਨੇ, ਸਾਨੂੰ ਸੌਖੀਆਂ ਲੱਗਦੀਆਂ। ਸਾਰਾ ਦਿਨ ਇਸ ਕੰਡ ਦੇ ਉੱਤੇ ਭਾਰ ਢੋਣਾ ਸੌਖਾ ਲੱਗਦਾ, ਸਿਰ ਤੇ ਮਿੱਟੀ ਢੋਣੀ ਸੌਖੀ ਲੱਗਦੀ,
हड्ड तोड़ भी मेहनत करनी सौखी लगनी, पर आ जिहड़ी तू माला फड़ा दित्ती ये काम बड़ा औखा, ये तैनूं ही फब्बदा, तू ही कर, साडे तो इट्टां ढवाउणियां ते दस, साडे तो मजदूरी कराउणी ते दस, ये नहीं साडे तो हो सकदा। इसलिए साहिब पातशाह कहंदे ने जपना सारियां तो औखा है, ते जिन्हां ने जप लिया साहिब कहंदे असीं उन्हां तो बलिहार ते उन्हां तो कुर्बान जाने। कारण की है, तिस कै संग तरै संसार, क्योंकि बंदगी करन वाला आप मुक्त, मुक्त करै संसार। वो आप भी मुक्त है ते ओहदे आउण दे नाल संसार दे अनेकां लखां जीव जिहड़े ने उतर जांदे। ते जे संसार ते कोई किसी दी गरीबी दूर कर दे, आपां ते उहनूं नमस्कार करदे ने, इहदे नाल 4 परिवारां दा भला हो गया जी। ते जिस दे आउण नाल सारी सृष्टि दा भला हुंदा होवे ते साहिब कहंदे असीं ओहदे तो बलिहार ते कुर्बान जाने हाँ। कहो नानक प्रभ लोचा पूर। अखीर सतगुरु पातशाह कहंदे दाता तेरे चरनां विच एक अरदास है कि साडी एक लोचा जिहड़ी है वो पूरी कर, साडी एक इच्छा जिहड़ी है वो पूरी कर। बड़ी प्रबल इच्छा है साडे अंदर, वो पता किहड़ी असीं तैनूं खुल के दसदे हां। संत जना की बाछों धूर। दाता जिहड़े तेरे कमाई वाले साधु ने ना, असीं उन्हां दी धूड़ी जिहड़ी आ वो बांछदे हां, वो लोचदे हां। साडी एक लोचा इच्छा पूरी कर। क्यों? क्योंकि असीं सवेरे जपजी साहिब दा पाठ करके भी कहने आ, जिन्नी नाम ते आया गए मसक्कत काल, नानक ते मुख उजले केती छुट्टी नाल। जिहड़े तेरे नाम नूं ध्याउंदे ने सानूं उन्हां दी धूड़ देई। कारण कि उन्हां दे चरनां 'च असीं तां सिर झुकाउने आ, उन्हां दे आउण नाल केती छुट्टी नाल। दूजे पासे साडी अरदास विच रोज़ शब्द हुंदा जदों भी असीं अरदास करिए कि दाता किरपा कर सेई प्यारे मेल, जिन्ना मिलिया तेरा नाम चित आवे। साडा तां दिन भी कमाई वालियां दे दर्शनां तो शुरू हुंदा है ते साडी रात ते भी जाके ये अरदास निकलदी। अंतरजामी पुरख विधाते सरदा मन की पूरे, नानक दास यह सुख मांगै मोकौकार संतन की धूरे। संत जना की बाचों धूर। असी तेरे कमाई वालियां दी धूरी जिहड़ी है वो लोचदे हां। इत्थे कोई शंका नहीं, क्योंकि जे असीं कहिए ये किद्दां, साहिब पातशाह ते खुद बाणी च कहिंदे पए ने, हम लाले गोले गुर सिखां के। ਜਾਂ ਫਿਰ ਬਾਣੀ ਅੰਦਰ ਬਚਨ ਪੜ੍ਹਦੇ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਹਨਾਂ ਦੇ ਤੂੰ ਕਾਰਜ ਸਵਾਰਦਾ ਤੇ ਅਸੀਂ ਉਹਨਾਂ ਦੀ ਚਰਨ ਧੂਰੀ ਜਿਹੜੀ ਉਹ ਲੋਚਦੇ ਹਾਂ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਹੇ। ਅਖੀਰ ਸਤਿਗੁਰੂ ਪਾਤਸ਼ਾਹ ਇਹ ਕਹਿੰਦੇ ਦਾਤਾ ਇਹ ਸਾਰਾ ਕੁਝ ਤੇਰੀ ਕਿਰਪਾ ਮਿਹਰਾਮਤ ਚੋਂ ਪ੍ਰਾਪਤ ਹੁੰਦਾ ਹੈ। ਤੇ ਅਰਦਾਸ ਇਹੀ ਹੈ ਕਿ ਤੂੰ ਕਮਾਈ ਵਾਲਿਆਂ ਦੀ ਧੂੜੀ ਦੇ, ਸਾਨੂੰ ਸਤ ਸੰਗਤ ਦੇ, ਸਾਨੂੰ ਆਪਣੇ ਦਰਸ਼ਨ ਦੀਦਾਰ ਦੇ, ਬੰਦਗੀ ਦੇ, ਇਬਾਦਤ ਦੇ, ਸਿਮਰਨ ਕਰਨ ਦਾ ਬਲ ਦੇ, ਤਾਂ ਕਿ ਸਾਡਾ ਆਇਆ ਜਿਹੜਾ ਆਇਆ ਸਫਲ ਤਾਹੂ ਕੋ ਗਣੀਏ ਜਾਸ ਰਸਨ ਹਰ ਹਰ ਜਸ ਪਾਨੀਏ। ਸਾਡਾ ਆਇਆ ਜਿਹੜਾ ਸਫਲਾ ਹੋ ਜਾਵੇ। ਸੋ ਇੱਥੇ ਸਮਾਂ ਸੰਪੰਨ। ਇਹ ਮਹਾਰਾਜ ਸਾਹਿਬ ਜੀ ਨੇ ਇਹਨਾਂ ਪਾਵਨ ਸਥਾਨਾਂ ਤੋਂ ਅੰਮ੍ਰਿਤ ਵੇਲੇ ਤੋਂ ਉੱਠ ਕੇ ਪਾਵਨ ਮੁਖ ਵਾਕ ਸਾਹਿਬ ਬਖਸ਼ ਕੇ ਨਿਵਾਜਿਆ। ਭੁੱਲਾਂ ਦੀ ਖਿਮਾ ਹਜੂਰ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦਿਆਂ ਅਸੀਸਾਂ ਬਖਸ਼ਣ। ਮਿਹਰਾਮਤ ਦਾ ਹੱਥ ਸਿਰ ਤੇ ਰੱਖ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਕਹੋ ਨਾਨਕ ਪ੍ਰਭ ਲੋਚਾ ਪੂਰਾ, ਸੰਤ ਜਨਾ ਕੀ ਬਾਛੋਂ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।